ਇੱਕ ਇਮਾਨਦਾਰ ਤੇ ਉੱਚੀ ਸੁੱਚੀ ਸ਼ਖਸੀਅਤ ਦੇ ਮਾਲਿਕ, ਇੱਕ ਉੱਚੀ ਸੁੱਚੀ ਰੂਹ ਭਾਈ ਕਮਿੱਕਰ ਸਿੰਘ ਜੀ, ਜੋ ਕਿ ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਨੇ। ਪਰਿਵਾਰਕ ਕਦਰਾਂ ਕੀਮਤਾਂ ਨੂੰ ਸਮਰਪਿਤ ਹਰਮਨ ਪਿਆਰੀ ਰੂਹ, ਬੇਧੜਕ ਤੇ ਬੇਪਰਵਾਹ ਜੀਵਨ ਹਮੇਸ਼ਾ ਚੜ੍ਹਦੀ ਕਲਾ ਵਾਲਾ ਰਿਹਾ। ਆਪਣੇ ਜੱਦੀ ਪਿੰਡ ਮੁਕੰਦਪੁਰ ਲੁਧਿਆਣਾ ਵਿਖੇ ਆਪਣੇ ਹੀ ਘਰ ਨੂੰ ਸੁਖ ਸਾਗਰ ਹਸਪਤਾਲ 'ਚ ਤਬਦੀਲ ਕੀਤਾ ਅਤੇ 15 ਸਾਲ ਸੇਵਾ ਕਰਦਿਆਂ ਆਪਣੇ ਜੀਵਨ ਦੇ ਆਖਰੀ ਸਵਾਸ ਉੱਥੇ ਹੀ ਲਏ। ਉਹਨਾਂ ਦੀ ਅੰਤਕ ਮਿਹਨਤ ਸਦਕਾ ਅੱਜ ਸੁਖ ਸਾਗਰ ਹਸਪਤਾਲ ਵਿੱਚ ਹਰ ਤਰ੍ਹਾਂ ਦੀ ਮਾਡਰਨ ਫੈਸਿਲਿਟੀ ਉਪਲਬਧ ਹੈ। ਸਾਡੀ ਟੀਮ ਨੇ ਭਾਈ ਕਮਿੱਕਰ ਸਿੰਘ ਜੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਉਹਨਾਂ ਦੇ ਜੀਵਨ ਤੇ ਚਾਨਣਾ ਪਾਇਆ। ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਾਈ ਕਮਿੱਕਰ ਸਿੰਘ ਜੀ ਨੇ ਆਪਣਾ ਪੂਰਾ ਜੀਵਨ ਸੇਵਾ ਨੂੰ ਸਮਰਪਿਤ ਕੀਤਾ ਹੋਇਆ ਸੀ। ਉਹਨਾਂ ਨੇ ਕਿਹਾ ਹਮੇਸ਼ਾ ਸਾਨੂੰ ਵੀ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਸਨ। ਆਓ ਕਰਦੇ ਹਾਂ ਗੱਲਬਾਤ ਭਾਈ ਕਮਿੱਕਰ ਸਿੰਘ ਜੀ ਦੇ ਪਰਿਵਾਰਕ ਸਦੱਸਿਆਂ ਨਾਲ। ਭਾਈ ਜਸਵੰਤ ਜੀ, ਜਿਸ ਤਰੀਕੇ ਦੇ ਨਾਲ ਇਹ ਛੋਟਾ ਜਿਹਾ ਪਿੰਡ ਮੁਕੰਦਪੁਰ, ਜਿਹਨੂੰ ਕਿ ਵਰਲਡ ਦੇ ਨਕਸ਼ੇ ਦੇ ਉੱਤੇ ਲੈ ਕੇ ਆਂਦਾ ਸਰਦਾਰ ਕਮਿੱਕਰ ਸਿੰਘ ਜੀ ਨੇ ਜਿਸ ਤਰੀਕੇ ਨਾਲ ਸੇਵਾ ਕੀਤੀ ਸਾਰੀ ਜ਼ਿੰਦਗੀ, ਹਸਪੀਟਲ ਦੇ ਵਿੱਚ ਐਸੀਆਂ ਚੀਜ਼ਾਂ ਲਿਆਂਦੀਆਂ ਜਿਹੜੀਆਂ ਕਿ ਆਸ-ਪਾਸ ਦੇ ਉਸ ਟਾਈਮ ਦੇ ਉੱਤੇ ਪਿੰਡਾਂ ਨੂੰ ਬਹੁਤ ਵੱਡੀ ਲੋੜ ਸੀਗੀ। ਔਰ ਤੁਸੀਂ ਵੀ ਪਹਿਲਾਂ ਤੋਂ ਹੀ ਸੇਵਾ ਜਿਹੜੀ ਹੈਗੀ ਉਹਨਾਂ ਦੇ ਨਾਲ ਕਰਦੇ ਰਹੋ। ਕੀ ਕਹਿਣਾ ਚਾਹੋਗੇ ਕਿ ਬਹੁਤ ਵੱਡਾ ਘਾਟਾ ਪਿਆ ਹੈਗਾ ਇਹ ਸਾਰੇ ਪਿੰਡਾਂ ਨੂੰ ਹੀ ਨਹੀਂ ਬਲਕਿ ਇਹ ਸਾਰੇ ਏਰੀਆ ਨੂੰ ਘਾਟਾ ਪਿਆ ਹੈਗਾ। ਔਰ ਜਿਸ ਤਰੀਕੇ ਨਾਲ ਉਹਨਾਂ ਨੇ ਸੇਵਾ ਕੀਤੀ, ਮਰਨਾ ਹਰੇਕ ਬੰਦੇ ਨੇ ਆ, ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੇ ਸੇਵਾ ਕੀਤੀ ਔਰ ਉਹਨਾਂ ਦਾ ਨਾਮ ਜਿਹੜਾ ਹੈਗਾ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਨੇ ਸੇਵਾਵਾਂ ਕੀਤੀਆਂ, ਜਿੱਥੇ ਜਿੱਥੇ ਪਿਆਰ ਕੀਤਾ ਲੋਕਾਂ ਨੂੰ, ਉਹ ਲਿਖਿਆ ਗਿਆ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਮਿੱਕਰ ਸਿੰਘ ਜੀ ਮੁਕੰਦਪੁਰ ਦੇ ਵਿੱਚ ਜਿਹੜਾ ਸੁੱਖ ਸੰਸਾਰ ਹਸਪੀਟਲ ਆ, 2002 ਦੇ ਵਿੱਚ ਉਹਨਾਂ ਦੀ ਵਾਈਫ ਦੀ ਆਪਣੇ ਡੈਥ ਹੋ ਗਈ ਸੀ। ਉਹਦੇ ਇਲਾਜ ਦੇ ਦੌਰਾਨ ਉਹਨਾਂ ਦਾ ਬਹੁਤ ਜ਼ਿਆਦਾ ਖਰਚ ਹੋਇਆ ਸੀਗਾ। ਉਸ ਚੀਜ਼ ਨੂੰ ਸਮਝਦੇ ਹੋਏ ਕਿ ਪਿੰਡਾਂ ਦੇ ਵਿੱਚ ਇੰਨਾ ਖਰਚਾ ਕੋਈ ਨਹੀਂ ਪੈਸਾ ਲਾ ਸਕਦਾ, ਕਿ ਜਿਹੜਾ ਗਰੀਬ ਆ ਉਹ ਵੀ ਦਵਾਈ ਜਾਂ ਬੂਟੀ ਤੋਂ ਕੋਈ ਵਾਂਝਾ ਨਾ ਰਹੇ, ਅਸੀਂ ਇੱਕ ਲਾਗਤ ਮੁੱਲ 'ਤੇ ਬਹੁਤ ਹੀ ਸਸਤੇ ਰੇਟਾਂ ਦੇ ਹਸਪੀਟਲ ਸ਼ੁਰੂ ਕਰਨਾ। ਉਸ ਚੀਜ਼ ਨੂੰ ਮੁੱਖ ਮਕਸਦ ਰੱਖ ਕੇ ਉਹਨਾਂ ਨੇ 15 ਜਨਵਰੀ 2006 ਨੂੰ ਹਸਪਤਾਲ ਦੀ ਜਿਹੜੀ ਇਮਾਰਤ ਸੀ ਸ਼ੁਰੂ ਕਰਕੇ ਤੇ ਹਸਪੀਟਲ ਦੇ ਵਿੱਚ ਪ੍ਰੋਪਰ ਡਾਕਟਰ 15 ਜਨਵਰੀ 2006 ਨੂੰ ਉਹਨਾਂ ਨੇ ਸਮਰਪਣ ਕਰ ਦਿੱਤਾ ਸੀ ਇਲਾਕੇ ਨੂੰ। ਉਹਨਾਂ ਦੇ ਜਾਣ ਦੇ ਨਾਲ ਦੇਖੋ ਸਾਨੂੰ ਮੁਕੰਦਪੁਰ ਨੂੰ ਤਾਂ ਘਾਟਾ ਪਿਆ ਹੀ ਪਿਆ, ਸਮੁੱਚੇ ਸਾਡੇ ਏਰੀਏ ਨੂੰ, ਸਮੁੱਚੇ ਕਲਕੱਤੇ ਦੀ ਸੰਗਤ ਨੂੰ ਤੇ ਪਟਨਾ ਸਾਹਿਬ ਦੀ ਸੰਗਤ ਨੂੰ ਵੀ ਬਹੁਤ ਜ਼ਿਆਦਾ ਘਾਟਾ ਪਿਆ। ਸਾਰਿਆਂ ਥਾਵਾਂ 'ਤੇ ਉਹਨਾਂ ਦੀਆਂ ਸੇਵਾਵਾਂ ਬਹੁਤ ਬਖੂਬੀ ਚੱਲਦੀਆਂ ਸਨ ਤੇ ਬੜਾ ਸਿੱਖ ਸੰਗਤ ਕਲਕੱਤੇ ਦੇ ਵਿੱਚ ਵੀ ਇਸ ਟਾਈਮ ਉਹ ਪ੍ਰਧਾਨ ਸਨ ਅਤੇ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਇਸ ਟਾਈਮ ਉਹ ਮੈਂਬਰ ਚੱਲਦੇ ਆ ਰਹੇ ਸਨ। ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਸੀਗਾ ਕਿ ਕੋਈ ਵੀ ਜਿਹੜਾ ਹੈਗਾ ਮਰੀਜ਼ ਦਵਾਈ ਤੋਂ ਬਗੈਰ ਨਾ ਜਾਵੇ। ਜੋ ਜਾਣਾ ਤਾਂ ਕਹਿੰਦੇ ਹੁੰਦੇ ਸੀ ਮੌਤ ਤਾਂ ਹਰੇਕ ਨੂੰ ਆਉਣੀ ਆ, ਪਰ ਮੌਤ ਇਲਾਜ ਖਣੋ ਨਾ ਜਾਵੇ। ਇਲਾਜ ਹਰੇਕ ਦਾ ਹੀ ਹੋਵੇ, ਭਾਵੇਂ ਕੋਈ ਗਰੀਬ ਵੀ ਆਉਂਦਾ ਸੀਗਾ, ਕੋਈ ਵੀ ਆਉਂਦਾ, ਜਿੰਨਾ ਕੋਈ ਨਾ ਪੈਸੇ ਨਹੀਂ ਵੀ ਹੁੰਦੇ, ਬਿਲਕੁਲ ਵੀ ਨਹੀਂ ਹੁੰਦੇ, ਉਹ ਕਹਿੰਦੇ ਫ੍ਰੀ ਕਰ ਦਿਓ, ਮੇਰੇ ਖਾਤੇ ਦੇ ਵਿੱਚ ਪਾ ਦਿਓ, ਉਹਨਾਂ ਦੀ ਪੇਮੈਂਟ ਮੈਂ ਆਪ ਖੁਦ ਦੇਵਾਂਗਾ। ਉਹਨਾਂ ਦਾ ਮੇਨ ਮਕਸਦ ਹੀ ਇਹੀ ਰਿਹਾ ਸ਼ੁਰੂ ਤੋਂ ਲੈ ਕੇ ਐਂਡ ਤੱਕ। ਜਦੋਂ ਹੁਣ ਕਰੋਨਾ ਦੇ ਕਾਲ ਦੇ ਵਿੱਚ ਵੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਤੁਸੀਂ ਵੱਧ ਤੋਂ ਵੱਧ ਇਹਨਾਂ ਦੀ ਮਰੀਜ਼ਾਂ ਦੀ ਸੇਵਾ ਕਰੋ, ਇਹਦੇ ਨਾਲ ਜੇ ਤੁਹਾਡੀ ਮੌਤ ਲਿਖੀ ਆ ਤਾਂ ਮੌਤ ਉਦੋਂ ਹੀ ਆਉਣੀ ਆ। ਜੇ ਤੁਸੀਂ ਸੇਵਾ ਕਰੋਗੇ ਹੋ ਸਕਦਾ ਤੁਸੀਂ ਚੰਗੇ ਅੱਗੇ ਜਾ ਕੇ ਚੰਗੇ ਜੂਨ ਦੇ ਅੱਗੇ ਵੀ ਜਾ ਕੇ ਚੰਗੇ ਕਰਮ ਕਰ ਲਓਗੇ। ਪਰ ਉਹਨਾਂ ਨੇ ਕਦੀ ਇਸ ਗੱਲ ਤੋਂ ਪਿਛਾਂਹ ਨਹੀਂ ਸੀ ਹਟੇ ਸੇਵਾ ਦੇ ਪੱਖੋਂ। ਤੇ ਮੈਨੂੰ ਵੀ ਉਹਨਾਂ ਦੇ ਨਾਲ 2005 ਤੋਂ ਮੈਂ ਲਗਾਤਾਰ ਉਹਨਾਂ ਦੇ ਆਖਰੀ ਸਵਾਸਾਂ ਤੱਕ ਉਹਨਾਂ ਦੇ ਨਾਲ ਹੀ ਰਿਹਾ। ਪਰ ਉਹਨਾਂ ਦੀ ਜਿਹੜੀ ਸੇਵਾ ਭਾਵਨਾ ਤੇ ਦਲੇਰੀ ਸੀ ਤੇ ਨਿਡਰਤਾ ਸੀ, ਉਹ ਮੈਂ ਉਹਨਾਂ ਤੋਂ ਇਲਾਵਾ ਹੋਰ ਕਿਸੇ ਦੇ ਵਿੱਚ ਨਹੀਂ ਦੇਖੀ। ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਹੈ ਵੀ ਆਪਾਂ ਜਿਹੜਾ ਵੀ ਪੇਸ਼ੈਂਟ ਆਉਂਦਾ ਜਾਂ ਕੋਈ ਵੀ ਆਉਂਦਾ, ਉਹਨਾਂ ਨੂੰ ਪ੍ਰੋਪਰ ਗਾਈਡਲਾਈਨ ਸਹੀ ਦਿੱਤੀ ਜਾਵੇ। ਜੇ ਆਪਣੇ ਸਾਂਭਣ ਵਾਲਾ ਤਾਂ ਵੀ, ਜੇ ਆਪਾਂ ਉਹਨੂੰ ਅੱਗੇ ਰੈਫਰ ਕਰਨਾ ਜਾਂ ਉਹਨੂੰ ਅੱਗੇ ਦੱਸਣਾ ਕਿਹੜੇ ਹਸਪੀਟਲ ਦੇ ਜਾਣਾ, ਆਪਾਂ ਕਿਸੇ ਵੀ ਇਲਾਜ ਤੋਂ ਰਹਿਤ ਕੰਮ ਇਹ ਕਰਨਾ ਤੇ ਉਹਨਾਂ ਨੂੰ ਪ੍ਰੋਪਰ ਸਮਝਾਉਣਾ ਵੀ ਆਹ ਇਹਦੇ ਟੈਸਟ ਦੇ ਵਿੱਚ ਪ੍ਰੋਬਲਮ ਆਈ ਆ ਤੇ ਇਸ ਕਰਕੇ ਅੱਗੇ ਜਾਓ। ਜਿੰਨੀਆਂ ਵੀ ਸਾਡੇ ਕੋਲ ਮਸ਼ੀਨਾਂ ਜਾਂ ਜਿਹੜਾ ਵੀ ਚੀਜ਼ ਉਹਨਾਂ ਲਾਈ ਉਹ 1 ਨੰਬਰ ਦੀ ਲਾਈ ਸੀ, ਕਿਉਂਕਿ ਉਹਨਾਂ ਦਾ ਇੱਕ ਬਾਹਰ ਕੈਨੇਡਾ, ਅਮਰੀਕਾ ਜਾਂ ਇੱਥੇ ਵੀ ਇੰਡੀਆ ਦੇ ਵਿੱਚ ਵੀ ਜਿਹਦੇ ਕੋਲੋਂ ਵੀ ਉਹ ਚੈਰਿਟੀ ਵਗੈਰਾ ਕੁਝ ਮੰਗਦੇ ਸੀ, ਜਿਹਨੂੰ ਉਹ ਬੇਨਤੀ ਕਰਦੇ ਸੀ, ਉਹਨਾਂ ਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ। ਔਰ ਵੀਰ ਜੀ, ਜਿਸ ਤਰੀਕੇ ਦੇ ਨਾਲ ਤੁਹਾਨੂੰ ਉਹ ਗਾਈਡ ਕਰਕੇ ਗਏ ਆ ਔਰ ਉਹਨਾਂ ਨੇ ਜਿਸ ਤਰੀਕੇ ਨਾਲ ਉਹਨਾਂ ਦਾ ਸੁਪਨਾ ਸੀਗਾ ਕਿ ਇਸ ਹਸਪੀਟਲ ਨੂੰ ਮੈਂ ਬਹੁਤ ਅੱਗੇ ਲੈ ਕੇ ਜਾਣਾ,
ਕਿ ਹੁਣ ਲੋਕ ਸੋਚਣ, ਏਰੀਏ ਦੇ ਲੋਕ ਜਿਹੜੇ ਬੜੇ ਨਿਰਾਸ਼ ਹੈਗੇ ਆ, ਦਿਲ 'ਚ ਉਹਨਾਂ ਦੇ ਦੁੱਖ ਹੈਗਾ ਉਹਨਾਂ ਦੀ ਜਾਨ ਦਾ, ਕੀ ਸੋਚਣ ਚਲੋ ਠੀਕ ਆ ਉਹ ਤਾਂ ਚਲੇ ਗਏ, ਲੇਕਿਨ ਉਹਨਾਂ ਦੀ ਯਾਦ ਜਿਹੜੀ ਹੈਗੀ ਆ ਉਹ ਉਦੋਂ ਵੀ ਡਬਲ ਹੋ ਕੇ ਇਸ ਹਸਪੀਟਲ 'ਚ ਹੋਰ ਨਵੀਆਂ ਫੈਸਿਲਿਟੀਆਂ ਲੈ ਕੇ ਹਸਪੀਟਲ ਨੂੰ ਹੋਰ ਉੱਪਰ ਚੱਕਿਆ ਜਾਊਗਾ ਔਰ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਇੱਕ ਸ਼ਰਧਾਂਜਲੀ ਸੱਚੀ ਹੋਈ ਹੋਊਗੀ। ਦੇਖੋ ਸਾਡੀ ਇਹੀ ਕੋਸ਼ਿਸ਼ ਆ ਉਹਨਾਂ ਦੇ ਸਮੁੱਚੇ ਪਰਿਵਾਰ ਦੀ, ਉਹਨਾਂ ਦੇ ਜਿੰਨੇ ਫਰੈਂਡ ਸਰਕਲ ਆ, ਜਿੰਨੇ ਯਾਰ ਦੋਸਤ ਨੇ ਜਾਂ ਮੁਕੰਦਪੁਰ ਦੇ ਨੇ ਜਾਂ ਉਹ ਬਾਹਰਲੇ ਕੇ ਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ, ਸਾਰਿਆਂ ਦੀ ਸੋਚ ਇਹੀ ਆ ਵੀ ਆਪਾਂ ਜਿਹੜੀ ਕਮਿੱਕਰ ਸਿੰਘ ਸਰਦਾਰ ਜਥੇਦਾਰ ਦੀ ਸੋਚ ਸੀ ਉਹਨੂੰ ਹੋਰ ਉੱਚੀਆਂ ਲੈ ਕੇ ਜਾਣਾ, ਤੇ ਇਸੇ ਤਰ੍ਹਾਂ ਹਸਪਤਾਲ ਦੀ ਜਾਂ ਜਿਹੜੀਆਂ ਵੀ ਉਹਨਾਂ ਸੇਵਾਵਾਂ ਕਰਦੇ ਸੀ ਉਹ ਸੇਵਾਵਾਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ। ਸਾਡੀ ਇਹ ਕੋਸ਼ਿਸ਼ ਆ ਤੇ ਅਸੀਂ ਉਸ ਤੋਂ ਵੀ ਕੋਸ਼ਿਸ਼ ਆਪਣੇ ਹੋਰ ਵਧੀਆ ਤਰੀਕੇ ਦੇ ਨਾਲ ਆਪਣੀਆਂ ਸੇਵਾਵਾਂ ਜਾਰੀ ਰੱਖੀਏ। ਹੁਣ ਅਸੀਂ ਗੱਲ ਕਰ ਰਹੇ ਹੈਗੇ ਆ ਇੱਥੋਂ ਦੇ ਪਿੰਡ ਦੇ ਵੀਰ ਜੀ ਹੋਰਾਂ ਦੇ ਨਾਲ। ਸਰ ਤੁਹਾਡਾ ਸਵਾਗਤ ਹੈ। ਕੀ ਕਹਿਣਾ ਚਾਹੋਗੇ ਕਿ ਅੱਜ ਉਹ ਜਿਹੜਾ ਦੁੱਖ ਆ, ਜਿਹੜਾ ਉਹ ਘਾਟਾ ਉਹਦਾ ਪੂਰਾ ਨਹੀਂ ਹੋ ਸਕਦਾ ਗਾ, ਲੇਕਿਨ ਜਿਸ ਤਰੀਕੇ ਦੇ ਨਾਲ ਲੋਕ ਲਾਮਬੰਦ ਨੇ, ਪਿੰਡ ਦੇ ਲੋਕ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਆ, ਮਤਲਬ ਨਮ ਨੇ ਅੱਖਾਂ ਹਰੇਕ ਬੰਦੇ ਦੀਆਂ ਕਿ ਉਸ ਇਨਸਾਨ ਨੇ ਸੇਵਾ ਕੀਤੀ ਸਾਰੀ ਜ਼ਿੰਦਗੀ। ਇਹੋ ਜਿਹੇ ਇਨਸਾਨ ਨੇ ਜਿਹੜੇ ਸੇਵਾ ਭਾਵਨਾ ਵਾਲੀ ਗੱਲ ਸੀ ਉਹ ਤਾਂ ਉਹਨਾਂ ਦੇ ਰਗ ਰਗ ਸੀ। ਸੂਰਮਗਤੀ ਸੇਵਾ ਵਾਲੀ ਗੱਲ ਜਾਂ ਕੋਈ ਵੀ ਫੈਸਲਾ ਲੈਣਾ ਉਹਨਾਂ ਧੜਕ ਲੈਂਦੀ ਸੀ। ਕਿਸੇ ਨਾਲ ਵੀ ਹਮਦਰਦੀ ਜਤਾਉਣੀ ਜਾਂ ਕਿਸੇ ਦੇ ਨਾਲ ਖੜਨਾ ਇਹ ਉਹਨਾਂ ਦਾ ਪਹਿਲਾ ਕੰਮ ਸੀ। ਔਰ ਸਾਰੇ ਪਿੰਡ ਨੂੰ ਮਤਲਬ ਜਦੋਂ ਕੋਈ ਗੱਲ ਹੁੰਦੀ ਸੀ, ਕੋਈ ਕੇਸ ਅੜਦਾ ਸੀਗਾ ਪਿੰਡ 'ਚ, ਉਹ ਕਹਿੰਦੇ ਸੀ ਉਹਦੇ ਨਾਲ ਗੱਲ ਕਰ ਲਓ ਵੀ ਕਮਿੱਕਰ ਸਹੀ ਕਰ ਦੂ। ਬਸ ਉਹ ਇਸ ਗੱਲ 'ਤੇ ਤਾਂ ਉਹਨਾਂ ਦੀ ਦਲੇਰੀ ਬਹੁਤ ਸੀ। ਜੇ ਉਹਨਾਂ ਨੇ ਕੋਈ ਫੈਸਲਾ ਲੈਣਾ ਹੁੰਦਾ ਸੀ ਤਾਂ ਉਹ ਉਹਨਾਂ ਧੜਕ ਲੈਂਦੇ, ਕੋਈ ਕਿਸੇ ਦੇ ਡਰ ਭਾਵ ਥੱਲੇ। ਬਾਈ ਜੀ ਕੀ ਕਹਿਣਾ ਚਾਹੋਗੇ? ਬੜਾ ਦੁੱਖ ਦਾ ਮੌਸਮ ਹੈਗਾ, ਬਹੁਤ ਉਦਾਸੀ ਹੈਗੀ ਹਰੇਕ ਦੇ ਚਿਹਰੇ ਦੇ ਉੱਤੇ ਉਹਨਾਂ ਉਸ ਮਹਾਨ ਸ਼ਖਸੀਅਤ ਦੇ ਲਈ, ਲੇਕਿਨ ਪਿੰਡ ਦੇ ਲੋਕ ਫਿਰ ਮਿਲ ਕੇ ਨਾਲ ਅਟੈਚਮੈਂਟ ਕਰਕੇ ਉਹਨਾਂ ਦੇ ਕਿ ਅਸੀਂ ਉਹਨਾਂ ਦੇ ਲਾਏ ਬੂਟੇ ਨੂੰ ਇੱਕ ਸ਼ਾਨਦਾਰ ਪੇੜ ਦਾ ਰੂਪ ਦੇਵਾਂਗੇ। ਦੇਖੋ ਜੀ, ਜੋ ਉਹਨਾਂ ਨੇ ਕੰਮ ਕੀਤੇ ਨੇ ਇਹਨੂੰ ਸਾਰੀ ਦੁਨੀਆ ਯਾਦ ਰੱਖੂਗੀ। ਤੇ ਰਹਿੰਦੇ ਮਤਲਬ ਜੋ ਵੀ ਆਹ ਕਿਸਾਨ ਮੋਰਚਾ ਲੱਗਿਆ ਸੀਗਾ ਉਹ ਵੀ ਉਹਨਾਂ ਦੀ ਬਦੌਲਤ ਤੋਂ ਪਿੰਡ ਮੁਕੰਦਪੁਰ ਤੇ ਪਲੱਸ ਹੋਰ ਜੋ ਵੀ ਉਹਨਾਂ ਦੇ ਦੋਸਤ ਮਿੱਤਰ ਸੀਗੇ ਉਹਨਾਂ ਨੇ ਸਾਰਿਆਂ ਨਾਲ ਮਿਲ ਕੇ ਜੋ ਉੱਥੇ ਵੀ ਮਤਲਬ ਦਿੱਲੀ ਬਾਰਡਰ ਤੇ ਸਿੰਘੂ ਬਾਰਡਰ ਤੇ ਇੱਕ ਸੇਵਾ ਨਿਭਾਈ ਆ, ਉਹ ਵੀ ਮਤਲਬ ਇੱਕ ਮਿਸਾਲ ਰਹੂ। बेटा क्या कहना चाहोगे? दादू ने बहुत प्यार किया है और एक अच्छी शख्सियत है, क्या कहना चाहोगे? आज वो इस दुनिया में नहीं है, क्या कहना चाहोगे कि जो प्यार उन्होंने किया? बहुत प्यार करते थे दादू यस और हमेशा पॉजिटिविटी देते थे। कोई चीज़ के लिए तुम जब घबरा भी जाते तब भी वो एक पॉजिटिविटी करते थे और मार्गदर्शक थे। जब भी कोई दास होते थे तब उनके पास चले जाते थे तो वो हर चीज़ क्लियर कर देते थे और एंजॉइंग डैट दादू से। बेटा क्या कहना चाहोगे कि हमेशा उन्होंने यही बोला कि आपने घबराना नहीं है, आपने पॉजिटिव होकर हर चीज़ को हैंडल करना है और हमेशा आपका मनोबल बढ़ाया है स्टडी में भी और भी। हाँ जी, बहुत सपोर्ट की, मॉरल सपोर्ट, बहुत इनकरेज किया। और जैसे वो हमेशा पॉजिटिव रहते थे, हर चीज़ कोई भी चीज़ को बिल्कुल लाइटली ले लेते थे। कोई दुख आता था तो वही आप सोचते हो कि वैसे ही हम लोग चलेंगे और उनकी सेवा वही होगा। उन्हें उनके पाथ को ही फॉलो करना है। भाई जी की कहना चाहोगे? ਭਾਜੀ ਮੈਂ ਕਿਹਾ ਵੀ ਸਾਡੇ ਪਿੰਡ ਦੇ ਜਾਣ ਕਰਕੇ ਘਾਟਾ ਬਹੁਤ ਪਿਆ ਜੀ। ਜਥੇਦਾਰ ਕਮਿੱਕਰ ਸਿੰਘ ਦੀ ਜਾਣ ਖਾਤਰ ਤੇ ਸਭ ਬਹੁਤ ਘਾਟਾ ਪਿਆ ਜੀ। ਉਹਨਾਂ ਦੀ ਦੇਣ ਬਹੁਤ ਆ, ਸਕੂਲ ਬਣਵਾਇਆ ਜੀ ਉਹਨਾਂ ਨੇ, ਹਸਪਤਾਲ ਬਣਵਾਇਆ ਉਹਨਾਂ ਨੇ, ਉਹਨੇ ਸਾਡੇ ਪਿੰਡ ਲਈ ਬਹੁਤ ਦੇਣ ਆ ਜੀ। ਗਰੀਬ ਦੇ ਹੱਕ ਦੇ ਵਿੱਚ ਬਹੁਤ ਖੜਦੇ ਸੀ ਜੀ। ਔਰ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਖੜੇ ਹਾਂ ਉੱਥੇ ਵੀ ਉਹਨਾਂ ਨੇ ਹਾਂਜੀ ਬਹੁਤ ਦੇਣ ਸਟਾਰਟਿੰਗ ਉਹਨਾਂ ਦੀ ਕੀਤੀ। ਹਾਂਜੀ ਸਟਾਰਟਿੰਗ ਉਹਨਾਂ ਨੇ ਕੀਤੀ ਜੀ। ਭਾਈ ਜੀ ਕੀ ਕਹਿਣਾ ਚਾਹੋਗੇ? ਮੁਕੰਦਪੁਰ ਲਈ ਜੀ ਬਹੁਤ ਵੱਡੇ ਦੇਵਤਾ ਹੀ ਇਨਸਾਨ ਸੀਗੇ ਸਾਡੇ ਲਈ, ਤੇ ਸਾਡੇ ਲਈ ਅਸੀਂ ਤਾਂ ਰੱਬ ਮੰਨਦੇ ਸੀ। ਔਰ ਸਾਰੇ ਪਿੰਡ ਹੁਣ ਮਿਲ ਕੇ ਵੀ ਉਹਨਾਂ ਦੀ ਯਾਦ ਨੂੰ ਜਿਹੜਾ ਉਹੀ ਤਾਜ਼ਾ ਰੱਖੂਗਾ, ਉਹੀ ਹਸਪਤਾਲ ਦੀਆਂ ਸੇਵਾਵਾਂ ਚੱਲਣਗੀਆਂ, ਉਹਨਾਂ ਦੇ ਰਾਹਾਂ ਤੇ ਚੱਲਾਂਗੇ। ਕਿਉਂਕਿ ਉਹਨਾਂ ਨੇ ਹਸਪੀਟਲ ਦੇ ਨਾਲ ਜਿਹੜਾ ਸੇਵਾ ਸ਼ੁਰੂ ਕੀਤੀ ਗਈ ਸੀ। ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੀ 1995 ਦੇ 'ਚ ਜਿਹੜੀ ਉਹਨਾਂ ਨੇ ਬਣਵਾਈ ਸੀਗੀ। ਉਸ ਤੋਂ ਇਲਾਵਾ ਇੱਕ ਸਾਡੇ ਇੱਥੇ ਵੈਟਰਨਰੀ ਹਸਪੀਟਲ ਆ, ਉਹ ਵੀ ਉਹਨਾਂ ਨੇ ਬਣਵਾਇਆ ਸੀਗਾ। ਜਿਹੜਾ ਸਕੂਲ ਸੀਗਾ ਸਾਡੇ ਆਪਣੇ ਸਿੱਧਾ ਪ੍ਰਾਇਮਰੀ ਤੋਂ 10 ਤੱਕ ਸਕੂਲ ਕਰਵਾਇਆ ਸੀਗਾ, ਉਹ ਵੀ ਉਹਨਾਂ ਦੀ ਬਦੌਲਤ ਸੀਗਾ। ਤੇ ਉਹਨਾਂ ਨੇ ਸਾਰੇ ਨਗਰ ਦੇ ਨਾਲ ਸਹਿਮਤੀ ਦੇ ਨਾਲ, ਸਹਿਯੋਗ ਦੇ ਨਾਲ ਜਿਹੜੀ ਬਿਲਡਿੰਗ ਸੀ ਉਹ ਵੀ ਉੱਥੇ ਬਣਵਾਈ ਸੀਗੀ ਸਕੂਲ ਦੇ ਵਿੱਚ। ਇਸ ਤੋਂ ਇਲਾਵਾ ਜਦੋਂ ਹੁਣ ਅਸੀਂ ਸਿੰਘੂ ਬਾਰਡਰ ਦੇ ਉੱਤੇ ਸਾਡਾ 1 ਸਾਲ ਲਗਾਤਾਰ ਮੈਡੀਕਲ ਕੈਂਪ ਚੱਲਦਾ ਰਿਹਾ ਸੁਖ ਸੰਸਾਰ ਤੇ ਦਲ ਖਾਲਸਾ ਵੱਲੋਂ, ਉਹ ਵੀ ਉਹਨਾਂ ਦੀ ਬਦੌਲਤ ਹੀ ਅਸੀਂ ਕੈਂਪ ਸ਼ੁਰੂ ਕੀਤਾ ਸੀ। ਤੇ ਉਹਨਾਂ ਦਾ ਇਹੀ ਵਿਚਾਰ ਸੀ ਵੀ ਜਿੰਨਾ ਚਿਰ ਸੇਵਾ ਚੱਲੂਗੀ, ਕੈਂਪ ਜਾਂ ਉੱਥੇ ਪ੍ਰਦਰਸ਼ਨ ਚੱਲੂਗਾ, ਜਿੰਨਾ ਚਿਰ ਮੋਦੀ ਸਰਕਾਰ ਆਪਣੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਇਸੇ ਤਰ੍ਹਾਂ ਹੀ ਸੇਵਾਵਾਂ ਆਪਣੀਆਂ ਜਾਰੀ ਰਹਿਣਗੀਆਂ। ਤੇ ਸਿੰਘੂ ਬਾਰਡਰ 'ਤੇ ਸਾਡੀਆਂ ਲਗਾਤਾਰ ਹੀ
1 ਸਾਲ 13 ਦਿਨ ਸੇਵਾਵਾਂ ਜਾਰੀ। ਕੱਲ੍ਹ ਨੂੰ ਜੋ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਇੱਥੇ 11 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋ ਜਾਏਗਾ ਜੀ, ਤੇ 1:30 ਵਜੇ ਤੱਕ ਉਹਨਾਂ ਦੀ 1:30 ਵਜੇ ਉਹਨਾਂ ਦੀ ਅੰਤਮ ਅਰਦਾਸ ਹੋਵੇਗੀ। ਪਹਿਲਾਂ ਕੀਰਤਨ, ਕਥਾ ਕੀਰਤਨ, ਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਸੱਜਣ ਮਿੱਤਰ ਦੀ ਸ਼ਰਧਾਂਜਲੀ ਭੇਟ ਕਰਨੀ। ਇਹ ਕੀ ਗੁਰਦੁਆਰੇ ਦਾ ਨਾਮ ਕੀ ਸਰ? ਗੁਰਦੁਆਰਾ ਗੁਰੂਸਰ ਪਾਤਸ਼ਾਹੀ 6ਵੀਂ ਪਿੰਡ ਮੁਕੰਦਪੁਰ। ਗੁਰਦੁਆਰਾ ਗੁਰੂਸਰ ਪਾਤਸ਼ਾਹੀ 6ਵੀਂ ਵੀ ਪਾਸਾ ਜੀ 6ਵੀਂ ਪਾਤਸ਼ਾਹੀ ਪਿੰਡ ਮੁਕੰਦਪੁਰ। बेटा जो पूर ने आपके नाना जी ने मिक्कर सिंह जी ने डाले, और जैसे उन्होंने एक चैरिटेबल इंसान होकर सेवा की अपने गांव की, आप उनके दोते हैं, आप भी सेवा में लगे हुए हो, आप भी वेटरनरी कॉलेज में अपनी सेवाएं दे रहे हो। क्या कहना चाहेंगे कि एक ऐसा इंसान जिसने हमेशा पॉजिटिविटी रखी, आपको मार्गदर्शक किया कि आपने हमेशा पॉजिटिव रहना है, क्या कहना चाहेंगे? My Nana Ji always fought for what he thought was right his whole life. He fought for other people as well as himself. He was always the person that would look over before everyone. He wouldn't care what someone's wealth status was, their caste, their religion. He would always fight for them, no matter what, no matter what the person was. I think we should continue his legacy on what he built, and we should also fight for what's right. ਭਾਜੀ ਤੁਸੀਂ ਬੜਾ ਲੰਬਾ ਸਮਾਂ ਸਰਦਾਰ ਮਿੱਕਰ ਸਿੰਘ ਜੀ ਦਾ ਰਹੇ, ਉਹਨਾਂ ਦਾ ਮਾਈਂਡ ਸੈਟਅਪ ਬਾਰੇ, ਉਹਨਾਂ ਦੇ ਇੰਟਰਨਲ ਮਾਈਂਡ ਬਾਰੇ ਤੁਸੀਂ ਬਹੁਤ ਕੁਝ ਜਾਣਦੇ ਹੋ, ਔਰ ਜਿਸ ਤਰੀਕੇ ਨਾਲ ਉਹਨਾਂ ਦੀ ਸੇਵਾ ਸੀਗੀ, ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਦੇ ਵਿੱਚ 1 ਸਾਲ 13 ਦਿਨ ਜਿਹੜਾ ਕਿਸਾਨ ਅੰਦੋਲਨ ਚੱਲਿਆ, ਉਹਦੇ 'ਚ ਉਹਨਾਂ ਨੇ ਕੈਂਪਿੰਗ ਦੀ ਜਿਹੜੀ ਸੇਵਾ ਲੋਕਾਂ ਨੂੰ ਦਿੱਤੀ ਹੈਗੀ ਆ। ਕੀ ਕਹਿਣਾ ਚਾਹੋਗੇ ਕਿ ਅੱਜ ਉਹ ਚਾਹੇ ਇਸ ਦੁਨੀਆ 'ਚ ਨਹੀਂ ਰਹੇਗੇ, ਪਰ ਲੇਕਿਨ ਜਿਸ ਤਰੀਕੇ ਦਾ ਉਹਨਾਂ ਨੇ ਇੱਕ ਕ੍ਰੀਏਟ ਕਰਤਾ ਹੈਗਾ ਇਸ ਏਰੀਆ ਦੇ ਵਿੱਚ ਸੇਵਾ ਦਾ ਕੇਂਦਰ, ਸੁਖ ਸੰਸਾਰ ਜਿਹੜਾ ਹਸਪੀਟਲ ਚੱਲ ਰਿਹਾ ਹੈਗਾ, ਔਰ ਤੁਸੀਂ ਵੀ ਉਹਨਾਂ ਦੇ ਨਾਲ ਪਹਿਲਾਂ ਅਟੈਚ ਰਹੇ ਹੋ, ਕੀ ਕਹਿਣਾ ਚਾਹੋਗੇ ਕਿ ਉਹਨਾਂ ਦੇ ਪਾਏ ਪੂਰਨਾਂ ਦੇ ਚੱਲ ਕੇ ਸਾਰਾ ਜਿਹੜਾ ਪਿੰਡ ਹੈਗਾ, ਔਰ ਜਿਹੜੇ ਉਹਨਾਂ ਦੇ ਦੋਸਤ ਜਿਸ ਤਰੀਕੇ ਨਾਲ ਤੁਹਾਡੇ ਨਾਲ ਪ੍ਰੇਮ ਸੀਗਾ, ਉਹ ਸਾਰੇ ਉਹਨਾਂ ਅਦਾਰਿਆਂ ਨੂੰ ਬਹੁਤ ਉੱਚਾ ਹੋਰ ਲੈ ਕੇ ਜਾਣਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸਰਦਾਰ ਮਿੱਕਰ ਸਿੰਘ, ਜਿਨ੍ਹਾਂ ਨੂੰ ਅਸੀਂ ਸਾਰੇ ਪਿਆਰ ਨਾਲ ਬਾਈ ਜੀ ਕਹਿੰਦੇ ਹਾਂ, ਉਹਨਾਂ ਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਾਰਾ ਜੀਵਨ ਪੰਥ ਦੇ ਲੇਖੇ ਲੱਗਿਆ ਹੋਇਆ ਸੀ। 1984 ਤੋਂ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਸ ਤੋਂ ਬਾਅਦ ਉਹ ਨਿਰੋਧ ਪੰਥ ਹੀ ਉਹਨਾਂ ਦਾ ਮਿਸ਼ਨ ਬਣ ਗਿਆ ਸੀ, ਅਤੇ ਉਹ ਪੰਥ ਨੂੰ ਸਮਰਪਿਤ ਹੋ ਕੇ ਮੈਦਾਨ ਦੇ ਵਿੱਚ ਨਿਕਲੇ। ਜੇਲ੍ਹ ਵੀ ਕੱਟੀ, ਜੇਲ੍ਹ ਤੋਂ ਬਾਹਰ ਆ ਕੇ ਹਰ ਪੰਥਕ ਸੰਘਰਸ਼ ਦੇ ਵਿੱਚ ਹਰ ਜਗ੍ਹਾ ਉਹ ਮੂਹਰੇ ਹੋ ਕੇ ਲੜਾਈ ਲੜਦੇ ਸੀ। ਅਤੇ ਉਹਨਾਂ ਨੇ ਜਿਹੜਾ ਸੁਖ ਸੰਸਾਰ ਹਸਪਤਾਲ ਪਿੰਡ ਮੁਕੰਦਪੁਰ ਦੇ ਵਿੱਚ ਬਣਾਇਆ, ਅਤੇ ਆਪਣੇ ਘਰ ਨੂੰ ਤਬਦੀਲ ਕਰ ਦਿੱਤਾ, ਅਤੇ ਕਰੋੜਾਂ ਰੁਪਏ ਦੀ ਜਿਹੜੀ ਪ੍ਰੋਪਰਟੀ ਆ ਉਹ ਸਮਾਜ ਦੇ ਕੰਮ ਦੇ ਲਈ ਉਹਨਾਂ ਨੇ ਸਮਰਪਿਤ ਕੀਤੀ। ਅਤੇ ਉਹਨਾਂ ਦੀ ਜਿਹੜੀ ਸੇਵਾ ਵਾ ਉਹਨੂੰ ਮਤਲਬ ਕਹਿਣਾ ਜਾਂ ਮਤਲਬ ਗਿਣਤੀ ਕਰਨੀ ਬਹੁਤ ਔਖੀ ਆ, ਕਿਉਂਕਿ ਬਹੁਤ ਸਾਰੀਆਂ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਸਾਨੂੰ ਵੀ ਨਹੀਂ ਪਤਾ ਹੈਗਾ। ਉਹ ਬਹੁਤ ਕਈ ਕੰਮ ਉਹ ਬਹੁਤ ਗੁਪਤ ਕਰਦੇ ਸੀਗੇ। ਅਤੇ ਜਿਵੇਂ ਮੈਂ ਮਿਸਾਲ ਦੇ ਤੌਰ 'ਤੇ ਕਹਾਂ ਕਿ ਪਿਛਲੇ ਉਹਨਾਂ ਦੇ ਬਿਮਾਰ ਹੋਣ ਤੋਂ ਬਾਅਦ ਹੀ ਸ਼ਾਇਦ ਉਹਨਾਂ ਨੇ ਮੈਨੂੰ ਦੱਸਿਆ, ਦਰਬਾਰ ਸਾਹਿਬ ਅਸੀਂ ਗਏ ਸੀ, ਕਿ ਉਹਨਾਂ ਤੋਂ ਕਾਰ ਸੇਵਾ ਵਾਲੇ ਬਾਬਾ ਸੀਸਾ ਸਿੰਘ, ਉਹਨਾਂ ਨੇ ਕਿਲੋਆਂ ਦੇ ਹਿਸਾਬ ਨਾਲ ਸੋਨੇ ਦੀ ਸੇਵਾ ਕਰਵਾ ਲਈ, ਜਿਹੜੀ ਕਿ ਕਿਸੇ ਨੂੰ ਵੀ ਨਹੀਂ ਪਤਾ ਹੈਗਾ। ਬਾਬਾ ਜੀ ਨੇ ਆਪ ਉਹ ਕਹਿੰਦੇ ਵੀ ਬਾਬਾ ਜੀ ਨੇ ਆਪ ਉਹਨਾਂ ਤੋਂ ਆਸ਼ੀਰਵਾਦ ਦੇ ਕੇ ਉਹਨਾਂ ਤੋਂ ਸੇਵਾ ਲਈ ਹੈਗੀ ਹੈ, ਅਤੇ ਸਾਨੂੰ ਵੀ ਨਹੀਂ ਸੀ ਪਤਾ, ਕਦੇ ਸਾਡੇ ਨਾਲ ਵੀ ਸਾਂਝੀ ਨਹੀਂ ਸੀ ਕੀਤੀ ਆ। ਸਿਰਫ ਕੁਛ ਮਹੀਨੇ ਪਹਿਲਾਂ ਹੀ ਉਹਨਾਂ ਨੇ ਇੱਕ ਦਿਨ ਗੱਲ ਕੀਤੀ। ਸੋ ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਸੇਵਾਵਾਂ ਨੇ। ਗੁਪਤ ਤੌਰ ਦੇ ਉੱਤੇ ਬਹੁਤ ਸ਼ਹੀਦ ਪਰਿਵਾਰਾਂ ਦੀ ਉਹਨਾਂ ਨੇ ਮਦਦ ਕੀਤੀ ਆ, ਬਹੁਤ ਜਥੇਬੰਦੀਆਂ ਦੀ ਮਦਦ ਕੀਤੀ ਆ, ਔਰ ਬਹੁਤ ਇੰਡੀਵਿਜੂਅਲ ਵਿਅਕਤੀਆਂ ਦੀ ਮਦਦ ਕੀਤੀ ਆ, ਜਿਹੜੀ ਕਿ ਸਾਰੇ ਲੋਕਾਂ ਨੂੰ ਨਹੀਂ ਪਤਾ ਸੀ। ਉਹ ਇੱਕ ਮਤਲਬ ਸਮਝਦੇ ਹਾਂ ਵੀ ਮਹਾਨ ਜਿਹੜੀ ਆਤਮਾ ਸੀ, ਵੀ ਜਿਹੜੇ ਸਾਰੇ ਸਮਾਜ ਨੂੰ ਸਮਰਪਿਤ ਸਨ, ਔਰ ਔਖੇ ਤੋਂ ਔਖਾ ਕੰਮ ਕਰਨ ਲਈ ਉਹਨਾਂ ਨੂੰ ਜਿਹੜੀ ਹੈ ਖੁਸ਼ੀ ਮਹਿਸੂਸ ਹੁੰਦੀ ਸੀ, ਚਾਅ ਚੜ੍ਹਦਾ ਸੀਗਾ, ਉਹ ਘਬਰਾਉਂਦੇ ਨਹੀਂ ਸੀਗੇ। ਕਿਉਂਕਿ ਮੇਰੇ ਨਾਲ ਕਾਫੀ ਲੰਬਾ ਪੁਰਾਣਾ ਬਾਹਰ ਆ, ਅਤੇ ਜਦੋਂ ਤੋਂ ਮੈਂ ਅਮਰੀਕਾ ਤੋਂ ਵਾਪਸ ਆਇਆ, ਅਤੇ 15 ਸਾਲ ਦਾ ਅਸੀਂ ਤਕਰੀਬਨ ਜ਼ਿਆਦਾਤਰ ਇਕੱਠੇ ਹੀ ਰਹੇ ਆ, ਇਕੱਠੇ ਹੀ ਰਾਤਾਂ, ਹਜ਼ਾਰਾਂ ਰਾਤਾਂ ਇਕੱਠੀਆਂ ਕੱਟੀਆਂ, ਅਤੇ ਲੱਖਾਂ ਕਿਲੋਮੀਟਰ ਜਿਹੜੇ ਅਸੀਂ ਇੱਕ ਗੱਡੀ ਦੇ ਵਿੱਚ ਸਫ਼ਰ ਕੀਤਾ। ਪਰ ਜਦੋਂ ਨਾਲ ਹੁੰਦੇ ਸੀ ਅਤੇ ਸਾਨੂੰ ਐਂ ਮਹਿਸੂਸ ਹੁੰਦਾ ਸੀ ਕਿ ਇੱਕ ਬਹੁਤ ਵੱਡੀ ਜਿਹੜੀ ਸ਼ਕਤੀ ਸਾਡੇ ਨਾਲ ਆ, ਅਤੇ ਕੋਈ ਸਾਨੂੰ ਡਰ ਭੈ ਜਿਹੜਾ ਨਹੀਂ ਸੀ ਰਹਿੰਦਾ।
ਕਿ ਜਿਵੇਂ ਕਹਿੰਦੇ ਨੇ 1 ਤੇ 1 2 2 ਨਹੀਂ, ਉਹ 11 ਹੋ ਜਾਂਦੇ ਆ। ਅਸੀਂ 11 ਨਹੀਂ ਕਿ 1100 ਦੇ ਬਰਾਬਰ ਹੋ ਜਾਂਦੇ ਸੀਗੇ। ਕੋਈ ਡਰ ਵਾਲੀ ਗੱਲ ਨਹੀਂ ਸੀ, ਭਾਵੇਂ ਮੂਹਰੇ ਕਿੰਨਾ ਵੀ ਮਰਜ਼ੀ ਔਖਾ ਕੰਮ ਹੁੰਦਾ। ਜਦੋਂ ਵੀ ਕੋਈ ਗੱਲ ਕਰਨੀ ਕਿ ਆਪਾਂ ਫਲਾਨਾ ਕੰਮ ਕਰਨਾ ਚਾਹੀਦਾ, ਉਹਨਾਂ ਨੇ ਕਹਿਣਾ ਗੱਲਾਂ ਛੱਡੋ, ਚਲੋ ਕਰੀਏ। ਭਾਜੀ ਉਹ ਸਿੱਖਿਅਤ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਔਰ ਤੁਹਾਨੂੰ ਸੁਭਾਗਿਆ ਪ੍ਰਾਪਤ ਹੈ ਕਿ ਤੁਸੀਂ ਉਹਨਾਂ ਦੀਆਂ ਬੇਟੀਆਂ ਹੋ, ਲੇਕਿਨ ਸਾਰਾ ਪਿੰਡ ਹੀ ਇਹ ਸਮਝਦਾ ਕਿ ਸਾਡੇ ਪਿਤਾ ਜੀ ਇੱਕ ਤਰ੍ਹਾਂ ਦੇ ਨਾਲ ਅੱਜ ਨਹੀਂ ਰਹੇ, ਕਿਉਂਕਿ ਉਹਨਾਂ ਲੋਕਾਂ ਨੇ ਸਹਾਰਾ ਦਿੱਤਾ। ਪਾਪਾ ਨੇ ਹਰ ਇੱਕ ਬੰਦੇ ਨੂੰ, ਚਾਹੇ ਕੋਈ ਲੋੜਵੰਦ ਆਉਂਦਾ ਸੀ ਉਹਨਾਂ ਕੋਲੇ, ਕਦੇ ਉਹਨਾਂ ਨੇ ਜਵਾਬ ਨਹੀਂ ਦਿੱਤਾ। ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਬਾਬਾ ਸ਼ੀਸ਼ਾ ਸਿੰਘ ਜੀ ਨੇ ਦੱਸਿਆ ਕਿ ਕਰੋੜਾਂ ਰੁਪਈਆਂ ਦੇ ਜਿਹੜਾ ਹੈਗਾ ਗੋਲਡ ਜਿਹੜਾ ਹੈਗਾ ਉਹਨਾਂ ਨੇ ਸੇਵਾ ਦੇ ਵਿੱਚ ਲਗਾਇਆ ਹੋਇਆ ਸੀਗਾ, ਔਰ ਹਮੇਸ਼ਾ ਉਹਨਾਂ ਨੇ ਸਾਰੀ ਜ਼ਿੰਦਗੀ ਜਿਹੜੀ ਹੈਗੀ ਆ ਇੱਕ ਹੱਥ ਨਾਲ ਦੇ ਕੇ, ਕਦੇ ਉਹਨਾਂ ਨੇ ਇਸ ਗੱਲ ਦੀ ਨਹੀਂ ਕਰੀ ਸੀਗੀ ਕਿ ਮੈਂ ਮਤਲਬ ਇਹ ਦਾਨ ਦੇ ਰਿਹਾ ਜਾਂ ਦਿੰਦਾ। ਤੁਸੀਂ ਉਹਨਾਂ ਦੀ ਬੇਟੀ ਹੋਣ ਦਾ ਤੁਹਾਨੂੰ ਸੁਭਾਗਿਆ ਪ੍ਰਾਪਤ ਹੈ। ਔਰ ਇਹ ਹਸਪੀਟਲ ਜਿਹਦੇ 'ਚ ਅਸੀਂ ਬੈਠੇ ਹਾਂ, ਚੈਰੀਟੇਬਲ ਜਿਹੜਾ ਮੰਮੀ ਦੀ ਯਾਦ ਤੁਹਾਡੇ ਖੋਲ੍ਹਿਆ ਗਿਆ, ਕੀ ਕਹਿਣਾ ਚਾਹੋਗੇ ਕਿ ਪਾਪਾ ਨਹੀਂ ਰਹੇ ਔਰ ਤੁਸੀਂ ਭੈਣਾਂ ਸਾਰੀਆਂ ਮਿਲ ਕੇ ਲਾਮਬੰਦ ਹੋ ਕੇ ਭੈਣ ਭਰਾ ਉਹਨਾਂ ਦੀ ਯਾਦਾਂ, ਉਹਨਾਂ ਦੀ ਜੋ ਦਿਮਾਗ ਦੀ ਸਿਸਟਮ ਸੋਚ ਸੀਗੀ ਕਿ ਮੈਂ ਇਸ ਪਿੰਡ ਦੇ ਵਿੱਚ ਆਸ-ਪਾਸ ਦੇ ਪਿੰਡਾਂ ਵਾਲੇ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਦੇਣੀ ਹੈ, ਉਦਾਂ ਹੀ ਦਿੰਦੇ ਰਹੋਗੇ? ਹਾਂਜੀ ਵੀਰ ਜੀ, ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਥੈਂਕ ਯੂ। ਪਹਿਲਾਂ ਤਾਂ ਗੱਲ ਇਹ ਹੈਗੀ ਆ ਕਿ ਡੈਡੀ ਇਸ ਦੁਨੀਆ 'ਚ ਨਹੀਂ ਰਹੇ ਹੈਗੇ, ਲੇਕਿਨ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਤੇ ਉਹਨਾਂ ਨੇ ਜਿਹੜੀ ਸਿੱਖਿਆ ਦਿੱਤੀ ਉਹ ਹਮੇਸ਼ਾ ਸਾਡੇ ਸਾਰਿਆਂ ਦੇ ਨਾਲ ਰਹਿੰਦੀ ਹੈਗੀ ਆ। ਤੇ ਡੈਡੀ ਜੀ ਤੇ ਮੰਮਾ ਦਾ ਹਰਦਮ ਇਹ ਹੁੰਦਾ ਸੀਗਾ ਕਿ ਜੇ ਆਪਾਂ ਕਿਸੇ ਦੀ ਹੈਲਪ ਕਰਨੀ ਆ ਤਾਂ ਤੁਸੀਂ ਇਹ ਨਹੀਂ ਸੋਚਣਾ ਕਿ ਆਪਾਂ ਨੂੰ ਇਹ ਤੋਂ ਕੀ ਮਿਲਣਾ। ਉਹਨਾਂ ਨੇ ਹਰਦਮ ਕਿਹਾ ਵੀ ਜੇ ਕਿਸੇ ਦੀ ਹੈਲਪ ਕਰਨੀ ਤਾਂ ਇਹ ਸੋਚ ਕੇ ਨਹੀਂ ਕਰਨੀ ਕਿ ਮੈਨੂੰ ਇਹਦੇ ਤੋਂ ਕੀ ਲਾਭ ਹੈਗਾ, ਤੁਸੀਂ ਇਹ ਸੋਚ ਕੇ ਕਰਨੀ ਹੈ ਕਿ ਇਹਦੀ ਹੈਲਪ ਕਰਨ ਤੋਂ ਬੈਸਟ ਮੈਂ ਵੇ ਦੇ ਨਾਲ ਮੈਨੂੰ ਕਿੱਦਾਂ ਹੈਲਪ ਕਰ ਸਕਦੀ ਹਾਂ। ਸੋ ਸਾਡੇ ਮੇਰੇ ਖਿਆਲ ਦੇ ਵਿੱਚ ਉਹ ਇੱਕ ਬਹੁਤ ਵੱਡੀ ਗੱਲ ਹੈਗੀ ਜਿਹੜੀ ਉਹ ਸਾਨੂੰ ਦੇ ਕੇ ਗਏ ਨੇ, ਸਿੱਖਿਆ ਦੇ ਕੇ ਗਏ ਨੇ ਕਿ ਜਿੰਨਾ ਤੁਹਾਡੇ ਕੋਲ ਹੋ ਸਕਦਾ ਉਨੀ ਹੈਲਪ ਕਰੋ। ਤੇ ਵਾਹਿਗੁਰੂ ਨੂੰ ਸਮਝ ਕੇ ਵੀ ਵਾਹਿਗੁਰੂ ਕਰਵਾ ਰਿਹਾ, ਜਿੱਥੇ ਵੀ ਹੈਗਾ ਆਪਾਂ ਕੀ ਹੈਗੇ ਇੱਕ ਮਾਧਿਅਮ ਬਣ ਜਾਂਦੇ ਹਾਂ, ਪਰ ਕਰਾਉਣ ਵਾਲਾ ਵਾਹਿਗੁਰੂ ਹੀ ਹੈ। ਜਿਵੇਂ ਹੁਣ ਜੇ ਕਿਸੇ ਨੇ ਕੁਝ ਪੁੱਛਿਆ, ਕਿਸੇ ਨੇ ਅਰਦਾਸ ਕੀਤੀ ਹੈਗੀ, ਰੱਬ ਉਹਦੇ ਕੋਲ ਆਪ ਜਾ ਕੇ ਤਾਂ ਦੇ ਨਹੀਂ ਰਿਹਾ ਹੈਗਾ, ਉਹਨੂੰ ਕੋਈ ਮਾਧਿਅਮ ਚਾਹੀਦਾ। ਸੋ ਵਾਹਿਗੁਰੂ ਉਹ ਮਾਧਿਅਮ ਹੀ ਬਣਾਉਂਦਾ ਤੇ ਉਹ ਇਨਸਾਨ ਦੇ ਰੂਪ ਦੇ ਵਿੱਚ ਕਦੇ ਕਿਸੇ ਨੂੰ ਬਣਾ ਦਿੰਦਾ, ਕਦੇ ਕਿਸੇ ਨੂੰ। ਸੋ ਜਿਹੜੀ ਉਹਨਾਂ ਦੀ ਸਿੱਖਿਆ ਹੈਗੀਆਂ ਨੇ ਇਸ ਤਰ੍ਹਾਂ ਦੀ, ਉਹ ਹਰਦਮ ਸਾਡੇ ਨਾਲ ਮਰਦੇ ਦਮ ਤੱਕ ਰਹਿੰਦੀਆਂ ਨੇ। ਤੇ ਅਸੀਂ ਆਪਣੇ ਜਿਹੜੇ ਸਾਡੇ ਬੱਚੇ ਹੈਗੇ ਆ ਉਹਨਾਂ ਨੂੰ ਵੀ ਉਹੀ ਸਿਖਾ ਰਹੇ ਹੈਗੇ ਕਿ ਕਿੱਦਾਂ ਆਪਾਂ ਹਰ ਇੱਕ ਦੀ ਹੈਲਪ ਕਰ ਸਕਦੇ ਹਾਂ ਤੇ ਕਿਵੇਂ ਕਰਨੀ ਹੈ। ਭਾਜੀ ਜਿਵੇਂ ਉਹਨਾਂ ਦਾ ਸਲੋਗਨ ਸੀਗਾ ਕਿ ਮੌਤ ਨੂੰ ਹਮੇਸ਼ਾ ਯਾਦ ਰੱਖੋ, ਔਰ ਉਹ ਹਮੇਸ਼ਾ ਯਾਦ ਰੱਖਦੇ ਸੀ ਵੀ ਜੇ ਮੌਤ ਨੂੰ ਯਾਦ ਰੱਖੋਗੇ ਕੋਈ ਨਾ ਕੋਈ ਚੰਗਾ ਕੰਮ ਤੁਹਾਡੇ ਤੋਂ ਹੁੰਦਾ ਰਹੂਗਾ। ਔਰ ਉਹੀ ਚੀਜ਼ ਸੀਗੀ ਉਹਨਾਂ ਦੀ ਕਿ ਆਖਰੀ ਦਮਾਂ ਦੇ ਵਿੱਚ ਵੀ ਜਦੋਂ ਉਹ ਲਾਸਟ ਸਟੇਜਾਂ ਸੀਗੇ ਤਾਂ ਵੀ ਉਹਨਾਂ ਨੇ ਮਤਲਬ ਚੈਰਿਟੀ ਦੇ ਬਾਰੇ ਹੋਰ ਉਹਨੂੰ ਦਾ ਡੈਫੀਨੇਟਲੀ, ਹਾਂਜੀ ਡੈਫੀਨੇਟਲੀ ਉਹਨਾਂ ਨੂੰ ਇਹ ਸੀਗਾ ਕਿ ਕਿਉਂਕਿ ਜਦ ਡੈਡੀ ਬਿਮਾਰ ਹੋਏ ਸੀਗੇ ਤੇ ਉਦੋਂ ਉਹਨਾਂ ਨਾਲ ਗੱਲਬਾਤ ਕੀਤੀ। ਇੱਕ ਵਾਰੀ ਮੈਂ ਆਈ ਸੀਗੀ ਜਦ ਉਹਨਾਂ ਦੀ ਸਰਜਰੀ ਹੋਈ ਸੀ ਤੇ ਐਵੇਂ ਬੈਠੇ ਗੱਲ ਹੋ ਰਹੀ ਸੀ ਵੀ ਡੈਡੀ ਵੀ ਕਿੱਦਾਂ ਹੈਗਾ, ਕਿਵੇਂ ਲੱਗ ਰਿਹਾ ਤੁਹਾਨੂੰ? ਕਹਿੰਦੇ ਲੱਗਣਾ ਕੀ ਆ, ਕਹਿੰਦੇ ਪਤਾ ਹੀ ਆ ਵੀ ਕਿ ਸਾਰੇ ਨੇ ਇੱਕ ਨਾ ਇੱਕ ਦਿਨ ਜਾਣਾ ਹੀ ਆ। ਤੇ ਕਹਿੰਦੇ ਵੀ ਚੰਗੇ ਚੱਲਦੇ ਆਪਣੇ ਚੰਗੇ ਕੰਮ ਕਰਦੇ ਜਾਈਏ, ਸਾਰਿਆਂ ਨੂੰ ਵੱਡੀ ਗੱਲ ਉਹ ਵੀ ਆਪਾਂ ਜਿਹੜੇ ਆਪਣੇ ਕਹਿੰਦੇ ਗੱਲਾਂ ਨੇ ਉਹ ਗੱਲਾਂ ਰਹਿ ਜਾਂਦੀਆਂ ਨੇ ਦੁਨੀਆ ਦੇ ਵਿੱਚ। ਕਹਿੰਦੇ ਸਰੀਰ ਆ, ਸਰੀਰ ਨੇ ਤਾਂ ਜਾਣਾ ਹੀ। ਸੋ ਜਿਹੜੀ ਆਪਾਂ ਆਪਣੀ ਯਾਦ ਦੇਖ ਕੇ ਜਾਂਦੇ ਹਾਂ, ਆਪਣੇ ਜਿਹੜੀਆਂ ਆਪਾਂ ਚੀਜ਼ਾਂ ਕਰਦੇ ਹਾਂ ਉਹਨਾਂ ਨਾਲ ਹੀ ਆਪਣੀ ਯਾਦਦਾਸ਼ਤ ਬਣੀ ਰਹਿੰਦੀ ਹੈ। ਸੋ ਜਿਹੜੇ ਕੰਮ ਆਪਾਂ ਚੰਗੇ ਕਰਕੇ ਜਾਂਦੇ ਹਾਂ ਹਰਦਮ ਜਿਉਂਦੇ ਰਹਿੰਦੇ ਹੋ। ਚਾਹੇ ਹੁਣ ਜਿਵੇਂ ਮੈਂ ਉਹੀ ਦੇਖ ਰਹੀ ਹੈਗੀ ਹਾਂ ਕਿ ਹੁਣ ਅਸੀਂ ਪਿੰਡ ਦੇ ਵਿੱਚ ਵੈਸੇ ਪਹਿਲੀ ਵਾਰ ਹੋਇਆ ਕਿ ਮੈਂ ਆ ਕੇ ਰਹੀ ਹਾਂ ਤੇ ਸਾਰਿਆਂ ਦੇ ਨਾਲ ਮਿਲਣ ਦੀ ਸੌਭਾਗ ਮਿਲਦਾ, ਜਿਵੇਂ ਹੁਣ ਸਾਰੇ ਕੰਮ ਕਰਦੇ ਆ ਜਾਂ ਹੋਰਾਂ ਦੇ ਨਾਲ। ਤੁਸੀਂ ਕਲਕੱਤਾ ਜਾਂ ਫੋਰਨ ਤੋਂ ਕੈਨੇਡਾ। ਸੋ ਭਾਜੀ ਤੁਹਾਨੂੰ ਮਤਲਬ ਦੇਖੋ ਕਿ ਬਾਹਰ ਹੋ ਕੇ ਵੀ ਤੁਸੀਂ ਫੋਰਨ ਦੇ ਹੋ, ਲੇਕਿਨ ਜਿਹੜਾ ਤੁਹਾਡਾ ਸਿਸਟਮ ਹੈਗਾ ਉਹ ਵੀ ਬਿਲਕੁਲ ਉਹੀ ਪਹਿਰਾਵੇ, ਉਹੀ ਸਿੰਪਲਿਸਿਟੀ ਔਰ ਉਹੀ ਇਹ ਪਾਪਾ ਦੀ ਦੇਣ ਸੀਗੀ ਕਿ ਹਮੇਸ਼ਾ ਸਿੰਪਲ ਰਹਿਣਾ ਹੈਗਾ। ਔਰ ਤੁਸੀਂ ਆਪਣੇ ਆਪ ਨੂੰ ਇਹ ਨਹੀਂ ਕਿ ਮਤਲਬ ਆਪਣੇ ਆਪ ਨੂੰ ਉਸ ਤਰੀਕੇ ਨਾਲ ਆਈਸੋਲੇਟ ਕਰਕੇ ਰੱਖਣਾ ਲੋਕਾਂ ਨਾਲ, ਬਾਕੀ ਲੋਕਾਂ ਦੇ ਵਿੱਚ ਵੜ। ਡੈਫੀਨੇਟਲੀ ਹਾਂਜੀ, ਉਹ ਕਹਿੰਦੇ ਹੁੰਦੇ ਸੀ, ਉਹ ਆਪ ਵੀ ਇਹ ਕਹਿੰਦੇ ਸੀ ਵੀ ਜਿੱਦਾਂ ਦਾ ਆਪਾਂ ਜਿੱਥੇ ਹੈਗੇ ਉਸ ਤਰ੍ਹਾਂ ਦੇ ਬਣ ਕੇ ਰਹਿਣਾ ਹੈਗਾ। ਤੇ ਸਿੰਪਲਿਸਿਟੀ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਰਹਿੰਦਾ ਸੀਗਾ ਵੀ ਆਪਣਾ ਕਹਿੰਦੇ ਵਿਚਾਰ ਜਿਹੜੇ ਹੈਗੇ ਕਹਿੰਦੇ ਉਹਨੂੰ ਉੱਤਮ ਰੱਖਣੇ ਚਾਹੀਦੇ। ਉਹ ਤੁਹਾਡੇ ਵਿਚਾਰ ਜਿਹੜੇ ਹੈਗੇ ਉਹ ਤੁਹਾਡੇ ਵੱਡੇ ਹੋਣੇ ਚਾਹੀਦੇ ਆ, ਉੱਤਮ ਹੋਣੇ ਚਾਹੀਦੇ ਆ। ਪਹਿਰਾਵਾ ਆਪਣਾ ਸਿੰਪਲ ਰੱਖੋ ਤਾਂ ਕਿ ਜਿਹੜੇ ਆਪਣੇ ਆਸ-ਪਾਸ ਹੈਗੇ ਹਰ ਇੱਕ ਜਣੇ ਨੂੰ ਇਹ ਲੱਗੇ ਕਿ ਮੈਂ ਇਹਦੇ ਕੋਲ ਜਾ ਕੇ ਜੇ ਮੈਨੂੰ ਕੋਈ ਲੋੜ ਹੈਗੀ ਤਾਂ ਮੈਂ ਇਹਦੇ ਕੋਲ ਜਾ ਕੇ ਮੰਗ ਸਕਦਾ ਤੇ ਵਾਹਿਗੁਰੂ ਆਪਾਂ ਨੂੰ ਇੰਨੀ ਸਮਰੱਥਾ ਦੇਵੇ ਕਿ ਆਪਾਂ ਉਹ ਪੂਰੀ ਕਰ ਸਕੀਏ ਉਹਨਾਂ ਦੀ।
ਸੋ ਸਿੰਪਲਿਸਿਟੀ ਦਾ ਉਹਨਾਂ ਦਾ ਬਹੁਤ ਜ਼ਿਆਦਾ ਸੀਗਾ। ਉਹ ਤਾਂ ਸ਼ੁਰੂ ਤੋਂ ਹੀ ਉਹਨਾਂ ਦਾ ਆਪ ਹੀ ਤੁਸੀਂ ਜਦ ਮਰਜ਼ੀ ਉਹਨਾਂ ਨੂੰ ਦੇਖ ਲਓ ਪੂਰੇ ਹਰਦਮ ਸਿੰਪਲ ਰਹਿੰਦੇ ਹੁੰਦੇ ਸੀਗੇ। ਹੁਣ ਜਿਵੇਂ ਉਰੇ ਕੰਮ ਕਰਨ ਵਾਲੇ ਵੀ ਕਹਿੰਦੇ ਨਾਲ ਹੀ ਸਾਡੇ ਲੱਗ ਜਾਂਦੇ ਹੁੰਦੇ ਸੀਗੇ ਵੀ ਆ ਜਾਓ ਵੀ ਸਫਾਈ। ਕਹਿੰਦੇ ਉਹ ਇਹ ਨਹੀਂ ਦੇਖਦੇ ਸੀਗੇ ਕਿ ਮੈਂ ਆਪਣਾ ਰੂਮ ਨਹੀਂ ਸਾਫ਼ ਕਰਨਾ, ਸਵੇਰੇ ਉੱਠ ਕੇ ਆਪਣਾ ਰੂਮ ਵਗੈਰਾ ਆਪੇ ਸਾਫ਼ ਕਰ ਲੈਂਦੇ ਸੀਗੇ। ਸੋ ਉਹ ਗੱਲ ਆ ਕਿ ਆਪਣਾ ਕੰਮ ਆਪ ਕਰੋ ਤੇ ਸਿੰਪਲ ਰਹੋ ਤੇ ਜਿੰਨੀ ਹੈਲਪ ਹੋ ਸਕਦੀ ਉਨੀ ਕਰੋ। ਇਹ ਹਰਦਮ ਉਹਨਾਂ ਦੀ ਦੇਣ ਹੀ ਆ ਕਹਿ ਲਈਏ ਆਪਾਂ ਕਿ ਜਿਹੜੀ ਉਹ ਦੇ ਕੇ ਗਏ ਨੇ ਸਾਨੂੰ ਸਾਰਿਆਂ ਨੂੰ। ਭੈਣ ਜੀ ਪਟਨਾ ਸਾਹਿਬ ਦੇ ਮੈਂਬਰ ਔਰ ਵੱਡੀ ਕਲਕੱਤੇ ਵਿਖੇ ਜਿਹੜਾ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਸਭਾਵਾਂ ਸੀ ਗੁਰਦੁਆਰਿਆਂ ਦੇ ਵਿੱਚ, ਹੋਰ ਕੀ ਕਹਿਣਾ ਚਾਹੋਗੇ ਕਿ ਉਸ ਦੇ ਬਾਵਜੂਦ ਵੀ ਉਹਨਾਂ ਨੇ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਇੱਕ ਬਹੁਤ ਨੁਮਾਇੰਦੇ ਸਿੱਖ ਵਾਂਗੂ ਗੁਜ਼ਾਰਿਆ। ਜਿੱਦਾਂ 1 ਸਾਲ 13 ਦਿਨ ਜਿਹੜਾ ਹੈਗਾ ਉੱਥੇ ਦਵਾਈ ਦਾ ਲੰਗਰ ਜਿਹੜਾ ਹੈਗਾ ਹਮੇਸ਼ਾ ਉੱਥੇ ਉਹਨਾਂ ਨੇ ਕੈਂਪ ਜਿਹੜਾ ਹੈਗਾ ਸੁਖ ਸਾਗਰ ਹਸਪੀਟਲ ਵੱਲੋਂ ਸਿੰਘੂ ਬਾਰਡਰ ਤੇ ਲਗਾਇਆ ਰਿਹਾ ਉਹਨਾਂ ਨੇ, ਔਰ ਹਮੇਸ਼ਾ ਉਹਨਾਂ ਨੇ ਪੋਜ਼ਿਟਿਵਿਟੀ ਦਿੱਤੀ। ਕਿਸਾਨਾਂ ਨੂੰ ਵੀ ਇਹ ਕਿਹਾ ਕੋਈ ਗੱਲ ਨਹੀਂ ਆਪਾਂ ਜਿੱਤਾਂਗੇ ਔਰ ਜਿੱਤ ਗਏ। ਹਾਂਜੀ ਹਰਦਮ ਉਹੀ ਹੈਗਾ। ਉਹ ਕਹਿੰਦੇ ਵੀ ਕੋਈ ਵੀ ਕੰਮ ਕਰਨਾ ਤਾਂ ਉਹਨੂੰ ਡਟ ਕੇ ਕਰਨਾ ਪੈਣਾ ਹੈਗਾ। ਜੇ ਆਪਾਂ ਕਿਸੇ ਤੋਂ ਡਰ ਜਾਂਦੇ ਹਾਂ ਤਾਂ ਉਹ ਕੰਮ ਪੂਰਾ ਨਹੀਂ ਹੋਣਾ ਹੈਗਾ। ਸੋ ਇਵਨ ਡੈਡੀ ਬਿਮਾਰ ਹੁੰਦੇ ਹੋਏ ਵੀ ਜੇ ਤੁਸੀਂ ਦੇਖੋ ਤਾਂ ਇੱਕ ਅੱਧੀ ਉਹਨਾਂ ਦੀ ਰਿਕਾਰਡਿੰਗ ਹਲੇ ਵੀ ਸੀਗੀ ਜਿਹਦੇ ਵਿੱਚ ਉਹ ਲੋਕਾਂ ਨੂੰ ਅਪੀਲ ਕਰਦੇ ਸੀਗੇ ਕਿ ਕਿੱਦਾਂ ਆਪਾਂ ਸਾਰੇ ਇਕਜੁੱਟ ਹੋ ਕੇ ਇਸ ਸੰਘਰਸ਼ ਨੂੰ ਆਪਾਂ ਪੂਰਾ ਕਰਨਾ ਤੇ ਆਪਣੇ ਹੱਕ ਵਿੱਚ ਲੈ ਕੇ ਆਉਣਾ। ਸੋ ਇਵਨ ਬਿਮਾਰੀ ਦੇ ਦੌਰਾਨ ਵੀ ਉਹਨਾਂ ਨੇ ਆਪਣਾ ਉਹ ਸੰਘਰਸ਼ ਤੇ ਉਹ ਸਾਰਾ ਕੁਝ ਜਿੰਨਾ ਉਹਨਾਂ ਕੋਲ ਹੋ ਸਕਦਾ ਹੈਗਾ ਉਹ ਕਰਦੇ ਸੀਗੇ। ਤੇ ਜਦ ਉਹਨਾਂ ਨੇ ਐਂਬੂਲੈਂਸ ਤੇ ਕੈਂਪ ਬਾਰੇ ਵੀ ਕੀਤਾ ਉਦੋਂ ਥੋੜਾ ਜਿਹਾ ਠੀਕ ਹੀ ਮਤਲਬ ਸਟਾਰਟਿੰਗ 'ਚ ਉਹਨਾਂ ਨੂੰ ਜਦ ਹੋਇਆ ਸੀ ਤੇ ਉਦੋਂ ਉਹਨਾਂ ਨੇ ਜਿੱਦਾਂ ਥੋੜਾ ਜਿਹਾ ਠੀਕ ਹੋਏ, ਮੇਰੀ ਛੋਟੀ ਸਿਸਟਰ ਦੱਸ ਰਹੀ ਸੀ ਕਿ ਉਦੋਂ ਦੂਸਰੇ ਦਿਨ ਹੀ ਉਹ ਕਹਿੰਦੇ ਵੀ ਆਪਾਂ ਕੈਂਪ ਸ਼ੁਰੂ ਕਰਨਾ ਤੇ ਸਾਰਾ ਸਮਾਨ ਇਕੱਠਾ ਕਰਕੇ ਵੀ ਉੱਥੇ ਐਂਬੂਲੈਂਸ ਭੇਜਤੀ ਉਹਨਾਂ ਨੇ ਤਿਆਰ ਕਰਕੇ। ਪਰ ਇਹ ਵਿਟਾਮਿਨ ਖਾਂਦੇ ਆ ਇਹ ਇਸ ਚੈਰਿਟੀ ਦੇ ਵੀ ਇਹ ਅੱਗੇ ਨੂੰ ਸਮਾਰਟ ਵੀਰ ਜੀ ਉਹ ਸ਼ਖਸੀਅਤ ਜਿਹਦੇ ਕਰਕੇ ਅੱਜ ਸਾਰੀਆਂ ਅੱਖਾਂ ਨਮ ਨੇ ਔਰ ਤੁਸੀਂ ਉਹਨਾਂ ਦੇ ਬੇਟੇ ਹੋ ਫਿਜ਼ੀਕਲ ਰੂਪ ਦੇ ਵਿੱਚ, ਲੇਕਿਨ ਉਹਨਾਂ ਦੇ ਬੇਟੇ ਬਹੁਤ ਜ਼ਿਆਦਾ ਸੀਗੇ। ਜਿਸ ਤਰੀਕੇ ਦੇ ਨਾਲ ਸਾਰਾ ਪਿੰਡ ਜਿਹੜਾ ਹੈਗਾ ਉਹ ਨਤਮਸਤਕ ਹੋ ਰਿਹਾ ਹੈਗਾ, ਆਸ-ਪਾਸ ਦੇ ਪਿੰਡ ਔਰ ਜਿੱਥੇ ਜਿੱਥੇ ਉਹਨਾਂ ਨੇ ਸੇਵਾ ਕੀਤੀ, ਚਾਹੇ ਕਲਕੱਤਾ ਹੋਵੇ ਚਾਹੇ ਪਟਨਾ ਸਾਹਿਬ ਹੋਵੇ, ਉਹਨਾਂ ਨੂੰ ਹਰੇਕ ਬੰਦਾ ਅੱਜ ਨਮ ਅੱਖਾਂ ਨਾਲ ਯਾਦ ਕਰ ਰਿਹਾ। ਕੀ ਕਹਿਣਾ ਚਾਹੋਗੇ ਕਿ ਜੋ ਪੂਰਨੇ ਉਹਨਾਂ ਨੇ ਪਾਏ ਸੀਗੇ, ਜਿਸ ਤਰੀਕੇ ਨਾਲ ਮਾਤਾ ਦੀ ਯਾਦ ਦੇ ਵਿੱਚ ਉਹਨਾਂ ਨੇ ਦੁੱਖ ਸਹਿੰਦੇ ਹੋਏ ਇਸ ਗੱਲ ਦਾ ਕਿ ਬਹੁਤ ਮਹਿੰਗਾ ਇਲਾਜ ਹੁੰਦਾ ਸ਼ਹਿਰਾਂ ਦੇ ਵਿੱਚ ਜਾ ਕੇ, ਔਰ ਜਿਸ ਤਰੀਕੇ ਨਾਲ ਮਾਤਾ ਜੀ ਦੇ ਤੁਹਾਡੇ ਜਾਣ ਤੋਂ ਬਾਅਦ ਉਹਨਾਂ ਨੇ ਹਸਪੀਟਲ ਦੀ ਰਚਨਾ ਕੀਤੀ ਔਰ ਅੱਜ ਹਸਪੀਟਲ ਬੁਲੰਦੀਆਂ ਨੂੰ ਛੂਹ ਰਿਹਾ ਹੈਗਾ। ਕਾਫੀ ਸੇਵਾ ਜਿਹੜੀ ਇੱਥੇ ਹੋ ਰਹੀ ਹੈ ਕਰੋਨਾ ਦੇ ਪੀਰੀਅਡ ਦੇ ਵਿੱਚ ਵੀ ਔਰ ਕਿਸਾਨ ਅੰਦੋਲਨ ਦੇ ਵਿੱਚ ਵੀ ਜਿਸ ਤਰੀਕੇ ਨਾਲ ਉਹਨਾਂ ਨੇ 1 ਸਾਲ ਔਰ 13 ਦਿਨ ਲਗਾਤਾਰ ਕੈਂਪ ਲਗਾਇਆ ਔਰ ਆਖਰ ਤੱਕ ਜੂਝਦੇ ਰਹੇ ਔਰ ਉਹਨਾਂ ਨੂੰ ਜਿੱਤ ਦੀ ਉਮੀਦ ਸੀਗੀ ਔਰ ਜਿੱਤ ਕੇ ਆਏ ਉੱਥੋਂ। ਕੀ ਕਹਿਣਾ ਚਾਹੁੰਦੇ ਜੀ? ਬਿਲਕੁਲ, ਪਹਿਲਾਂ ਤਾਂ ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜੇ ਮੈਂ ਉਹਨਾਂ ਨੂੰ ਸਿਰਫ ਆਪਣਾ ਪਿਤਾ ਕਹਾਂ ਤਾਂ ਮੈਨੂੰ ਆਪ ਨੂੰ ਥੋੜ੍ਹੀ ਕਹਿ ਲਓ ਕਿ ਸੈਲਫਿਸ਼ਨੈਸ ਲੱਗਦੀ ਹੈ ਉੱਥੇ ਜੀ। ਉਹ ਸਗੋਂ ਸਾਰਿਆਂ ਦੇ ਹਰਮਨ ਪਿਆਰੇ ਸੀਗੇ ਤੇ ਇਸ ਸੰਸਥਾ ਨਾਲ ਜ਼ਿਆਦਾ ਜੁੜਨ ਦਾ ਮੌਕਾ ਮੈਨੂੰ ਜਦੋਂ ਤੋਂ ਡੈਡੀ ਇੱਥੇ ਢਿੱਲੇ ਹੋਏ ਨੇ ਤੇ ਇੱਥੇ ਜਦੋਂ ਤੋਂ ਦਾਖਲ ਸੀ ਜ਼ਿਆਦਾ ਉਦੋਂ ਮੌਕਾ ਲੱਗਿਆ। ਇੱਕ ਮੇਰੇ ਜੀਵਨ 'ਚ ਵੀ ਇੱਕ ਕਮਜ਼ੋਰ ਕੜੀ ਸੀ। ਬਾਕੀ ਮਾਹੌਲ ਚਾਹੇ ਉਹਨਾਂ ਨੇ ਸਾਡੇ ਉੱਥੇ ਚੰਡੀਗੜ੍ਹ ਵੀ ਜ਼ਮੀਨ ਲੈ ਕੇ ਕੰਮ ਸਾਰਾ ਸਿਖਾਇਆ ਉਹਨਾਂ ਨੂੰ ਸਾਨੂੰ ਵੀ, ਲੇਕਿਨ ਉਹ ਪਿੰਡ ਨਾਲ ਇੱਕ ਥੋੜ੍ਹੀ ਕਮਜ਼ੋਰ ਕੜੀ ਸੀ। ਚਾਹੇ ਇਸ ਮੌਕੇ ਮੇਰੇ ਪਿੰਡ ਨਾਲ ਵੀ ਹੋਰ ਜ਼ਿਆਦਾ ਇੱਥੇ ਮਜ਼ਬੂਤ ਹੋਏ ਨੇ ਟਾਈਜ਼ ਆਪਣੇ। ਤੇ ਇਹ ਸੰਸਥਾ ਬਾਰੇ ਮੈਂ ਇੰਨਾ ਕਹੂੰਗਾ ਕਿ ਉਹਨਾਂ ਦਾ ਇੱਕ ਸੁਪਨਾ ਸੀਗਾ, ਇਹਨੂੰ ਅਸੀਂ ਜ਼ਰੂਰ ਜਾਰੀ ਰੱਖਾਂਗੇ ਤੇ ਆਪਣੇ ਤਹਿ ਦਿਲੋਂ ਸਾਡੇ ਹੋਰ ਪਰਿਵਾਰਕ ਮੈਂਬਰ ਬਹੁਤ ਦੂਰੋਂ ਨੇੜੋਂ ਰਿਸ਼ਤੇਦਾਰ ਸਾਰੇ ਇਹ ਚਾਹੁੰਦੇ ਨੇ। ਸਗੋਂ ਉਹਨਾਂ ਦਾ ਪਿਆਰ ਹੀ ਸੀ ਇੱਥੇ ਅੰਤਲੇ ਸਮੇਂ ਉਹਨਾਂ ਨੇ ਪਰਿਵਾਰ ਦੇ ਬਹੁਤ ਮੈਂਬਰ ਮਤਲਬ ਉਹਨਾਂ ਦਾ ਜਿਨ੍ਹਾਂ ਦਾ ਮੈਂ ਦੇਣ ਵੀ ਸਾਰੀ ਉਮਰ ਨਹੀਂ ਦੇ ਸਕਦਾ ਕਿ ਉਹਨਾਂ ਨੇ ਬਹੁਤ ਜ਼ਿਆਦਾ ਸਾਂਭਿਆ ਉਹਨਾਂ ਨੂੰ। ਇਹ ਉਹਨਾਂ ਦਾ ਪਿਆਰ ਹੀ ਸੀ ਉਹਨਾਂ ਨਾਲ ਜਿਹੜਾ ਸਾਰੇ ਲੋਕ ਇੰਨਾ ਇੱਥੇ ਹਾਲ ਚਾਲ ਪੁੱਛਣ ਹੁੰਦੇ ਰਹੇ ਤੇ ਸਾਰਾ ਉਹਨਾਂ ਨੂੰ ਬਹੁਤ ਸੋਹਣੀ ਇੱਥੇ ਸਾਂਭ ਕਰੀ ਉਹਨਾਂ ਦੀ ਅੰਤਲੇ ਸਮੇਂ ਤੱਕ। ਵੀਰ ਜੀ ਜਾਣਾ ਹਰੇਕ ਬੰਦੇ ਨੇ ਹੈ ਔਰ ਜਿਸ ਤਰੀਕੇ ਨਾਲ ਪਾਪਾ ਕਹਿੰਦੇ ਹੁੰਦੇ ਸੀ ਕਿ ਮੌਤ ਨੂੰ ਹਮੇਸ਼ਾ ਯਾਦ ਰੱਖਣਾ ਔਰ ਦਿਨ 'ਚ ਇੱਕ ਵਾਰੀ ਜ਼ਰੂਰ ਉਹ ਕਹਿੰਦੇ ਸੀ ਮੌਤ ਨੂੰ ਮੈਂ ਯਾਦ ਰੱਖਦਾ ਹੈਗਾ ਔਰ ਉਹਨੂੰ ਯਾਦ ਰੱਖ ਕੇ ਮੈਂ ਸੇਵਾ ਦੇ ਵਿੱਚ ਲੱਗ ਜਾਂਦਾ ਕਿ ਨਹੀਂ ਯਾਰ ਹਲੇ ਹੋਰ ਸੇਵਾ ਕਰਨੀ ਆ, ਲਾਈਫ ਜਿੰਨੀ ਵੀ ਰਹਿ ਗਈ ਹੈਗੀ ਆ। ਕੀ ਕਹਿਣਾ ਚਾਹੋਗੇ ਕਿ ਐਸੀਆਂ ਸ਼ਖਸੀਅਤਾਂ ਜਿਹੜੀਆਂ ਲੋਕਾਂ ਲਈ ਜਿਉਣ, ਆਪਣੇ ਲਈ ਤਾਂ ਹਰੇਕ ਬੰਦਾ ਜਿਉਂਦਾ, ਲੋਕਾਂ ਕੋਲੇ ਅਰਬਾਂ ਰੁਪਈਏ ਖਰਬਾਂ ਰੁਪਈਏ ਹੈਗੇ ਆ, ਕੋਈ ਪੈਸਾ ਦੀ ਕਿਸੇ ਕੋਲੇ
ਟੋਟ ਨਹੀਂ ਹੈ, ਲੇਕਿਨ ਚੈਰਿਟੀ ਚਲਾਉਣਾ ਔਰ ਉਹਨਾਂ ਦੇ ਵਿੱਚ ਉਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਵਰਤਣਾ, ਜਿਸ ਤਰੀਕੇ ਨਾਲ ਬਾਬਾ ਸ਼ੀਸ਼ਾ ਸਿੰਘ ਜੀ ਨੇ ਦੱਸਿਆ ਕਿ ਕਰੋੜਾਂ ਦੀ ਕੀਮਤ ਦਾ ਜਿਹੜਾ ਸੋਨਾ ਸੀਗਾ ਉਹਨਾਂ ਨੇ ਕਾਰ ਸੇਵਾ ਦੇ ਵਿੱਚ ਲਗਾਇਆ ਹੋਇਆ ਸੀਗਾ। ਔਰ ਐਸੀਆਂ ਬਹੁਤ ਸਾਰੀਆਂ ਸੰਸਥਾਵਾਂ ਜਿਹਦੇ ਵਿੱਚ ਉਹਨਾਂ ਨੇ ਸੇਵਾ ਕਰਦੇ ਸੀਗੇ, ਲੇਕਿਨ ਉਹਨਾਂ ਨੇ ਕਦੇ ਨੰਬਰ ਬਣਾਉਣ ਦਾ ਗੱਲ, ਕਦੇ ਉਹਨਾਂ ਨੇ ਫੋਟੋ ਲਗਾਉਣ ਦਾ, ਕਦੇ ਆਪਣੇ ਆਪ ਨੂੰ ਫਲੋਰਿਸ਼ ਕਰਨ ਦਾ ਕਦੇ ਨਹੀਂ। ਬਿਲਕੁਲ ਮੈਂ ਤੁਹਾਡੀ ਇਸ ਗੱਲ ਨਾਲ ਵੀ ਸਹਿਮਤ ਹਾਂ ਜੀ। ਆਪਣੇ ਪਿੰਡ ਲਈ ਉਹਨਾਂ ਨੇ ਸ਼ੁਰੂ ਤੋਂ ਹੀ, ਜਦੋਂ ਤਾਂ ਉਹਨਾਂ ਦਾ ਕਲਕੱਤੇ ਦਾ ਸਫ਼ਰ ਸ਼ੁਰੂ ਹੁੰਦਾ, ਉੱਥੇ ਜਾ ਕੇ ਉਹਨਾਂ ਨੇ ਉੱਥੇ ਜਾ ਕੇ ਆਪਣੇ ਬਿਜ਼ਨਸ ਤੌਰ ਤੇ ਅੱਛਾ ਕੰਮ ਸਟਾਰਟ ਹੋਇਆ। ਉਹਨਾਂ ਦਾ ਹਮੇਸ਼ਾ ਪਿੰਡ ਵੱਲ ਨੂੰ ਖਿੱਚ ਰਹਿੰਦੀ ਸੀ, ਪਿੰਡ ਨੂੰ ਅੱਗੇ ਹੋਰ ਕਿਵੇਂ ਲੈ ਕੇ ਜਾਈਏ। ਮੇਰੇ ਫਾਦਰ ਸਾਹਿਬ, ਮੇਰੇ ਪਿਤਾ ਜੀ ਤੋਂ ਪਹਿਲਾਂ ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ, ਉਹਨਾਂ ਨੇ ਵੀ ਪਿੰਡ ਲਈ ਜਿਵੇਂ ਸਕੂਲ ਲਈ ਕਾਫੀ ਕੰਮ ਕਰਿਆ, ਜ਼ਮੀਨ ਵੀ ਦਿੱਤੀ, ਉਹਨੂੰ ਪ੍ਰਾਇਮਰੀ ਤੱਕ ਲੈ ਕੇ ਗਏ। ਅੱਗੇ ਫਿਰ ਫਾਦਰ ਸਾਹਿਬ ਆਪਣੇ ਹੋਰ ਅੱਗੇ ਲੈ ਕੇ ਗਏ, ਉਹਨੂੰ ਹਾਈ ਸਕੂਲ ਤੱਕ ਲੈ ਕੇ ਆਏ ਉਸ ਨੂੰ। ਇਸ ਤੋਂ ਇਲਾਵਾ ਆਪਣੇ ਗੁਰਦੁਆਰਾ ਸਾਹਿਬ ਦੀ ਇਮਾਰਤ, ਸਗੋਂ ਆਸ-ਪਾਸ ਦੇ ਪਿੰਡਾਂ 'ਚ ਜਿਵੇਂ ਮੈਨੂੰ ਹੁਣ ਪਤਾ ਲੱਗਿਆ ਖਟਣੇ 'ਚ ਇੱਕ ਸੜਕ ਸੀਗੀ, ਇਹ ਸਾਰਾ ਉਹਨਾਂ ਨੇ ਆਪਦੇ ਪੱਲੋਂ ਵੀ ਲਗਾਏ ਤੇ ਆਸ-ਪਾਸ ਜਿੰਨੇ ਆਪਦੇ ਦੋਸਤਾਂ ਰਿਸ਼ਤੇਦਾਰਾਂ ਤੋਂ ਪੈਸਾ ਇਕੱਠਾ ਕਰਕੇ ਸਾਰੇ ਪਿੰਡ ਇਹ ਇਲਾਕੇ ਲਈ ਕਾਫੀ ਕੁਝ ਕਰਿਆ ਹੈਗਾ। ਇਸ ਗੱਲ ਨੂੰ ਮੈਂ ਇੱਕ ਹੋਰ ਤੁਹਾਨੂੰ ਸਾਂਝੀ ਕਰਾਂਗਾ, ਜਿਵੇਂ ਦੀ ਇੱਕ ਰੱਬ ਨਾਲ ਜੁੜੀ ਹੋਈ ਰੂਹ ਕਹਿ ਸਕਦੇ ਹੋ। ਅੰਤਲੇ ਸਮੇਂ ਸ਼ਾਮ ਨੂੰ 10 ਵਜੇ ਅਸੀਂ ਸਾਰੇ ਪਰਿਵਾਰਕ ਮੈਂਬਰ ਜੋ ਇੱਥੇ ਨਾਲ ਉਹਨਾਂ ਦੇ ਹੁੰਦੇ ਸੀ, ਸਾਰੇ ਇਕੱਠੇ ਸੀ, ਪਿੱਛੇ ਪਾਠ ਚੱਲ ਰਿਹਾ ਸੀਗਾ ਜੀ। ਜਦੋਂ ਪਾਠ ਦਾ ਅੰਤ ਹੋਇਆ, ਫਤਿਹ ਬੁਲਾਈ ਗਈ, ਉਹਨਾਂ ਨੇ ਨਾਲ ਦੀ ਨਾਲ ਆਪਦੇ ਸਵਾਸ ਛੱਡੇ ਨੇ ਜੀ। ਤੇ ਬਿਲਕੁਲ ਕੋਈ ਸਰੀਰ 'ਚ ਬਿਲਕੁਲ ਹੀ ਆਪਦੇ ਸਟੇਬਲ ਰਹੇ ਤੇ ਇਕਾਗਰਤਾ ਨਾਲ ਰਹੇ ਉਸ ਸਮੇਂ। ਤੇ ਇਹ ਗੱਲ ਉਸ ਤੋਂ ਪਹਿਲਾਂ ਅਸੀਂ ਕਾਫੀ ਢਿੱਲੇ ਰਹੇ, ਇੱਕ ਵਾਰੀ ਦਰਬਾਰ ਸਾਹਿਬ ਲੈ ਕੇ ਗਏ, ਉੱਥੇ ਵੀ ਇੱਕ ਚਮਤਕਾਰ। ਉਸ ਤੋਂ ਬਾਅਦ ਜੋ ਉਹਨਾਂ ਨੂੰ ਉਸ ਸਮੇਂ ਤਕਲੀਫਾਂ ਸੀ, ਇੱਕਦਮ ਅਗਲੇ ਦਿਨ ਸਾਰੀਆਂ ਖਤਮ ਹੋ ਗਈਆਂ। ਅੰਤਲੇ ਸਮੇਂ ਤੱਕ ਜਿਵੇਂ ਉਹਨਾਂ ਦੇ ਕੈਂਸਰ 4 ਸਟੇਜ ਪੇਸ਼ੈਂਟ ਸੀ, ਲੇਕਿਨ ਦਰਦ ਦੀ ਸ਼ਿਕਾਇਤ ਬਹੁਤ ਘੱਟ ਰਹਿੰਦੀ ਸੀ। ਸਗੋਂ ਮੈਨੂੰ ਕਈ ਚੀਜ਼ਾਂ ਉਹਨਾਂ ਦੇ ਪਹਿਲੋਂ ਪਤਾ ਚੱਲੇ, ਜਿਵੇਂ ਸਰਦਾਰ ਜਸਵੀਰ ਸਿੰਘ ਖੰਡੂਰ, ਉਹਨਾਂ ਕਾਫੀ ਨਜ਼ਦੀਕੀ ਮਿੱਤਰ, ਉਹਨਾਂ ਨੇ ਜਦੋਂ ਵੀ ਮਿਲ ਕੇ ਜਾਣਾ ਉਹਨਾਂ ਨੇ ਕਹਿਣਾ ਬਾਈ ਜੀ ਚੜ੍ਹਦੀ ਕਲਾ 'ਚ ਰਿਓ। ਤੇ ਅੰਤਲੇ ਸਮੇਂ ਜਦੋਂ ਉਹਨਾਂ ਦੀ ਆਵਾਜ਼ ਵੀ ਨਹੀਂ ਨਿਕਲਦੀ, ਉਹਨਾਂ ਸਿਰ ਹਿਲਾ ਕੇ ਵੀ ਇਹੀ ਕਿਹਾ, ਜਦੋਂ ਉਹਨਾਂ ਨੇ ਕਿਹਾ ਚੜ੍ਹਦੀ ਕਲਾ 'ਚ ਰਿਓ, ਤੇ ਉਹਨਾਂ ਨੇ ਹਮੇਸ਼ਾ ਸਿਰ ਹਿਲਾਇਆ। ਹਾਂ, ਤੇ ਕਦੇ ਅਸੀਂ ਇਹ ਨਹੀਂ ਸੁਣਿਆ ਕਿ ਅੱਜ ਉਹ ਕਹਿ ਰਹੇ ਹੋਣ ਕਿ ਮੇਰੇ ਦਰਦ ਹੋ ਰਿਹਾ ਜਾਂ ਉਸ ਚੀਜ਼ ਬਾਰੇ। ਉਹ ਚੜ੍ਹਦੀ ਕਲਾ 'ਚ ਹੀ ਰਹੇ ਨੇ, ਸਾਰਾ ਜੀਵਨ ਉਹਨਾਂ ਚੜ੍ਹਦੀ ਕਲਾ 'ਚ ਕੱਟਿਆ ਜੀ। ਵੀਰ ਜੀ, ਪਿੰਡ ਵਾਲੇ ਬਹੁਤ ਵੱਡਾ ਇੱਕ ਘਾਟਾ ਮੰਨ ਰਹੇ ਨੇ, ਤੁਸੀਂ ਵੀ, ਤੁਹਾਡਾ ਫਾਦਰ ਸੀਗਾ, ਔਰ ਪਿੰਡ ਵਾਲੇ ਉਸ ਘਾਟੇ ਨੂੰ, ਕਈ ਲੋਕ ਫਿਜ਼ੀਕਲੀ ਉਹਨਾਂ ਨਾਲ ਜੁੜੇ ਹੋਏ ਸੀਗੇ ਜਿਨ੍ਹਾਂ ਨੂੰ ਲੱਗਦਾ ਹੁੰਦਾ ਸੀਗਾ ਕਿ ਸਾਡੀ ਹੈਲਪ ਕਰੂਗਾ। ਪਿੰਡ ਵਾਲੇ ਆਸਵਤ ਰਹਿਣ ਕਿ ਇਹ ਪਰਿਵਾਰ ਜਿਹੜਾ ਕਮਿਕਰ ਸਿੰਘ ਦਾ ਪਰਿਵਾਰ ਹੈਗਾ, ਚਾਹੇ ਉਹ ਬੇਟੇ ਆ ਚਾਹੇ ਉਹ ਬੇਟੀ ਆ, ਉਹ ਉਵੇਂ ਹੀ ਪਿੰਡ ਵਾਲਿਆਂ ਦੇ ਨਾਲ ਅਟੈਚਮੈਂਟ ਕਰਕੇ, ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਕਿ ਆਖਰੀ ਸਮੇਂ ਦੇ ਵਿੱਚ ਉਹਨਾਂ ਨੇ ਤੁਹਾਡੇ ਵੀ ਜਿਹੜੀ ਬੌਂਡਿੰਗ ਹੈਗੀ ਬਹੁਤ ਜ਼ਿਆਦਾ ਕਰਾਤੀ ਆ, ਔਰ ਉਵੇਂ ਪਿੰਡ ਵਾਲਿਆਂ ਦਾ ਸਹਾਰਾ ਬਣ ਕੇ ਜੇ ਉਹਨਾਂ ਨੂੰ ਕੋਈ ਸਲਾਹ ਚਾਹੀਦੀ ਹੁੰਦੀ ਆ, ਤੁਸੀਂ ਵੀ ਆਪਦਾ ਟਾਈਮ 1-2 ਦਿਨ ਵਿੱਚੋਂ ਹਫਤੇ ਦੇ ਵਿੱਚ ਐਸੇ ਜਾਂ ਮਹੀਨੇ 'ਚ 1-2 ਦਿਨ ਲੈ ਕੇ ਲਗਾਓਗੇ, ਜਿਹਦੇ ਵਿੱਚ ਤੁਸੀਂ ਲੋਕਾਂ ਦੇ ਨਾਲ, ਉਹਨਾਂ ਦੇ ਨਾਲ ਅਟੈਚਮੈਂਟ ਰੱਖ ਸਕੋ। ਬਿਲਕੁਲ ਜੀ। ਮੇਰੇ ਤੋਂ ਇਲਾਵਾ ਮੇਰੇ 3-4 ਭੈਣਾਂ ਨੇ ਜੀ। ਉਸ ਤੋਂ ਇਲਾਵਾ ਸਾਡੇ ਹੋਰ ਪਰਿਵਾਰਕ ਮੈਂਬਰ ਮੈਨੂੰ ਸਮੇਂ-ਸਮੇਂ ਇਸੇ ਸਮੇਂ ਦੌਰਾਨ ਬਹੁਤ ਕਾਲ ਆਈਆਂ ਕਿ ਆਪਾਂ ਪਿਤਾ ਜੀ ਦਾ, ਬਾਈ ਜੀ ਜਿਵੇਂ ਪਿਆਰ ਨਾਲ ਸਾਰੇ ਕਹਿੰਦੇ ਕਿ ਸੁਪਨਾ ਆਪਾਂ ਸਾਕਾਰ ਰੱਖਣਾ। ਇੱਥੇ ਮੈਂ ਆਪਣੇ ਆਪ ਨੂੰ ਇਕੱਲਾ ਨਹੀਂ ਮੰਨਦਾ ਇਸ ਚੀਜ਼ ਨੂੰ ਅੱਗੇ ਚਲਾਉਣ ਲਈ। ਇੱਥੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿੰਨੇ ਬੰਦਿਆਂ ਨੇ ਮੇਰੀ ਹੌਸਲਾ ਅਫਜ਼ਾਈ ਕਰੀ ਹੈ ਕਿ ਤੁਸੀਂ ਇਹ ਕੰਮ ਮੂਹਰੇ ਹੋ ਕੇ ਚੱਲਦਾ ਰੱਖੋ, ਆਪਾਂ ਤੁਹਾਡੇ ਨਾਲ ਹਾਂ, ਬਿਲਕੁਲ ਤੁਹਾਡੇ ਨਾਲ ਪਿੱਛੇ ਖੜੇ ਹਾਂ ਜੀ ਢਾਲ ਵਾਂਗੂ। ਤੇ ਯਕੀਨਨ ਇਹ ਅਸੀਂ ਅੱਗੇ ਕੰਮ ਸਾਰਾ ਐਵੇਂ ਚੱਲਦਾ ਰਹੇਗਾ। ਉਹਨਾਂ ਦਾ ਸੁਪਨਾ ਅਸੀਂ ਅੱਗੇ ਸਾਕਾਰ ਕਰਾਂਗੇ, ਹੋਰ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਭੈਣ ਜੀ, ਜੋ ਖੁਸ਼ਬੂ ਉਹ ਛੱਡ ਕੇ ਗਏ ਨੇ ਸਰਦਾਰ ਕਮਿਕਰ ਸਿੰਘ ਜੀ, ਜਿਸ ਤਰੀਕੇ ਨਾਲ ਤੁਸੀਂ ਫੀਲ ਕਰ ਰਹੇ ਹੋ ਖੁਸ਼ਬੂ ਨੂੰ, ਤੁਸੀਂ ਪਿੰਡ 'ਚ ਆਏ ਹੋ, ਜਿੱਦਾਂ ਪਿੰਡ ਦੇ ਲੋਕ ਤੁਹਾਨੂੰ ਕ੍ਰਿਊਰਿਓਸਿਟੀ ਦੇ ਨਾਲ ਦੇਖ ਰਹੇ, ਉਹਨਾਂ ਦੀਆਂ ਬੇਟੀਆਂ ਆਈਆਂ, ਕੀ ਕਹਿਣਾ ਚਾਹੋਗੇ ਕਿ ਮਰਨਾ ਹਰੇਕ ਇਨਸਾਨ ਨੇ ਹੈ, ਇਸ ਦੁਨੀਆ ਤੋਂ ਜਾਣਾ, ਲੇਕਿਨ ਜੋ ਮਰਨੀ ਉਹ ਮਰੇ ਨੇ, ਉਹ ਵਾਕਈ ਇੱਕ ਬਹੁਤ ਹੀ ਹੀਰੋ ਵਾਲੀ, ਬਹੁਤ ਹੀ ਇੱਕ ਵਧੀਆ ਇਨਸਾਨ ਵਾਲੀ, ਔਰ ਉਸ ਟਾਈਮ ਤੇ ਜਦੋਂ ਆਪਣੀ ਜ਼ਿੰਦਗੀ ਦੇ ਪੂਰੇ ਸਿਖਰ ਤੇ ਸੀ ਲੋਕ ਪਿਆਰ ਕਰਦੇ ਸੀਗੇ, ਜਦੋਂ ਕਿਸਾਨ ਅੰਦੋਲਨ ਦੇ ਵਿੱਚ ਬਾਰ-ਬਾਰ ਇਹ ਗੱਲ ਕੀਤੀ ਜਾਂਦੀ ਸੀਗੀ ਕਿ ਕਮਿਕਰ ਸਿੰਘ ਵਰਗੇ ਇਨਸਾਨ ਜਿਨ੍ਹਾਂ ਨੇ 1 ਸਾਲ 13 ਦਿਨ ਲਗਾਤਾਰ ਜਿਹੜਾ ਹੈਗਾ ਤੇ ਦਵਾਈਆਂ ਦਾ ਲੰਗਰ ਲਗਾ ਕੇ ਇੱਕ ਕੈਂਪ ਜਿਹੜੇ ਹੈਗੇ ਆ ਆਰਗੇਨਾਈਜ਼ ਕਰਦੇ ਰਹੇ ਆ, ਕੀ ਕਹਿਣਾ ਚਾਹੋਗੇ? ਡੈਡੀ ਨੂੰ ਹਮੇਸ਼ਾ ਸੀਗਾ ਕਿ ਮੈਂ ਕਿਵੇਂ ਸੇਵਾ ਕਰਾਂ,
ਸੋ ਉਹਨਾਂ ਦਾ ਧਿਆਨ ਹਮੇਸ਼ਾ ਸੇਵਾ ਕਰਨੀ ਰਹਿੰਦਾ ਸੀਗਾ। ਇਵਨ ਜਦੋਂ ਮੇਰੇ ਕੋਲੇ ਅਮਰੀਕਾ ਆਉਂਦੇ ਸੀਗੇ, ਪੁੱਛਦੇ ਸੀ ਕਿ ਤੁਸੀਂ ਕਦੋਂ ਆਓਗੇ, ਕਿਉਂਕਿ ਮੈਂ ਆਪ ਮੈਡੀਕਲ ਫੀਲਡ 'ਚ ਹਾਂ, ਅਤੇ ਉਹ ਪੁੱਛਦੇ ਸੀ ਜਦੋਂ ਤੁਸੀਂ ਆਓਗੇ ਆਪਾਂ ਉੱਥੇ ਕੈਂਪ ਲਗਾਵਾਂਗੇ। ਸੋ ਉਹਨਾਂ ਦਾ ਹਮੇਸ਼ਾ ਧਿਆਨ ਸੇਵਾ 'ਚ ਹੀ ਰਿਹਾ ਹੈਗਾ। ਭਾਜੀ ਤੁਸੀਂ ਅਮਰੀਕਾ 'ਚ ਰਹਿ ਰਹੇ ਹੋ, ਲੇਕਿਨ ਜਿਵੇਂ ਉਹ ਕਹਿ ਰਿਹਾ ਉਵੇਂ ਤੁਸੀਂ ਉੱਥੇ ਫੋਲੋ ਕਰਦੇ ਹੋ ਉਹਨਾਂ ਨੂੰ, ਉੱਥੇ ਵੀ ਤੁਸੀਂ ਮਤਲਬ ਤੁਹਾਡਾ ਜਿਹੜਾ ਤੁਹਾਡੀ ਅਪੀਅਰੈਂਸ ਹੈਗੀ ਜਿਹੜੀ ਲੋਕਾਂ ਦੇ ਵਿੱਚ ਉਹ ਇੰਨੀ ਵਧੀਆ ਹੈਗੀ ਹੈ ਵੀ ਲੋਕਾਂ ਨੂੰ ਮਤਲਬ ਲੱਗਦਾ ਕਿ ਇਹ ਇੱਕ ਬਹੁਤ ਵਧੀਆ ਪੁੰਨਾਤਮਾ ਹੈਗੀ ਹੈ। ਹਾਂਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਕਹੇ ਹੋਏ ਰਾਹਾਂ 'ਤੇ ਅਸੀਂ ਚੱਲੀਏ। ਅਸੀਂ ਉੱਥੇ ਗੁਰਦੁਆਰੇ ਇੱਕ ਵਾਰ ਬਲੱਡ ਡਰਾਈਵ ਲਗਾਉਣ ਦੀ ਵੀ ਕੋਸ਼ਿਸ਼ ਕੀਤੀ। ਸੋ ਅਸੀਂ ਹਮੇਸ਼ਾ ਮਤਲਬ ਕਿ ਜਦੋਂ ਪੈਂਡੈਮਿਕ ਉੱਥੇ ਆਇਆ ਅਮਰੀਕਾ 'ਚ, ਅਤੇ ਅਸੀਂ ਉੱਥੇ ਲੰਗਰ ਸੇਵਾ ਚਲਾਈ ਅਤੇ ਫੂਡ ਡਿਸਟਰੀਬਿਊਸ਼ਨ ਕੀਤੇ ਹੌਸਪੀਟਲਸ ਨੂੰ, ਅਤੇ ਜਿਹੜੇ ਲੋਕ ਨਹੀਂ ਬਾਹਰ ਜਾ ਸਕਦੇ ਸੀਗੇ, ਸੋ ਅਸੀਂ ਉਸ ਟਾਈਮ ਹੌਸਪੀਟਲਸ ਫੂਡ ਪਹੁੰਚਾਈ। ਦੇਖੋ ਜੀ, ਇੱਥੇ ਬੈਠੇ ਵੀ ਜੀ ਸਾਨੂੰ ਉਹ ਹਮੇਸ਼ਾ ਉਤਸ਼ਾਹਿਤ ਕਰਦੇ ਸੀਗੇ ਵੀ ਜਿੱਥੇ ਵੀ ਸੇਵਾ ਦਾ ਮੌਕਾ ਮਿਲੇ, ਕਿਸੇ ਦੀ ਮਦਦ ਦਾ ਮੌਕਾ ਮਿਲੇ, ਚਾਹੇ ਫਿਰ ਉਹ ਆਪਣੀ ਕਿਸੇ ਬੱਚੇ ਦੀ ਪੜ੍ਹਾਈ ਦਾ ਹੋਵੇ ਜੀ, ਉਹਨਾਂ ਨੂੰ ਹਮੇਸ਼ਾ ਰਹਿੰਦਾ ਸੀ ਕਿ ਬੱਚੇ ਨੂੰ ਆਪਾਂ ਮਤਲਬ ਉਹਨਾਂ ਨੂੰ ਐਜੂਕੇਸ਼ਨ ਦੇ ਕੇ ਉਹਨਾਂ ਦੇ ਪੈਰਾਂ 'ਤੇ ਖੜਾ ਕਰੀਏ ਜੀ, ਤਾਂ ਕਿ ਬੱਚਾ ਆਪੇ ਪੈਰਾਂ 'ਤੇ ਖੜਾ ਹੋ ਕੇ ਆਪਦੇ ਕਰਨ ਜੋਗਾ ਰਹੇ ਜੀ। ਭੈਣ ਜੀ ਤੁਸੀਂ ਸਾਰੇ ਭੈਣਾਂ ਜਿਹੜੇ ਹੈਗੀਆਂ ਫੋਰਨਰ ਹੋ, ਲੇਕਿਨ ਜਿਹੜਾ ਖੂਨ ਤਾਂ ਤੁਹਾਡਾ ਇੰਡੀਆ ਦਾ ਹੈਗਾ ਔਰ ਅਪੀਅਰੈਂਸ ਵੀ ਇੰਡੀਆ ਵਾਲੀ ਲੱਗਦੀ ਹੈ। ਕੀ ਕਹਿਣਾ ਚਾਹੋਗੇ ਕਿ ਅਮਰੀਕਾ ਜਾ ਕੇ ਮਾਈਂਡ ਸੈਟਅਪ ਲੋਕਾਂ ਤੋਂ ਥੋੜਾ ਜਿਹਾ ਲੋਕ ਕਿਨਾਰਾ ਕਰਨ ਲੱਗ ਜਾਂਦੇ, ਪਰ ਜਿੱਦਾਂ ਤੁਸੀਂ ਲੋਕਾਂ ਦੇ ਨਾਲ ਵਿਚਰ ਰਹੇ ਹੋ ਉਹ 'ਚ ਫਾਦਰ ਦੀ ਜਿਹੜੀ ਅਲੱਗ ਤਰ੍ਹਾਂ ਦੀ ਖੁਸ਼ਬੂ ਤੁਹਾਡੇ 'ਚ ਦਿਖਾਈ ਦੇ ਰਹੀ ਹੈ ਕਿ ਇੱਕ ਮਿੱਕਰ ਦੀਆਂ ਬੇਟੀਆਂ ਜਿਹੜੀਆਂ ਇੰਨਾ ਪਿਆਰ ਲੋਕਾਂ ਨੂੰ ਕਰ ਰਹੀਆਂ ਨੇ। ਦੇਖੋ ਜੀ, ਇੱਕ ਇਹੀ ਚੀਜ਼ ਸਾਡੇ ਪੇਰੈਂਟਸ ਅਸੀਂ ਦੇਖਦੇ ਹਾਂ ਜੀ, ਮੰਮੀ ਡੈਡੀ ਸਾਨੂੰ ਇਹੀ ਵੈਲਿਊਜ਼ ਹੀ ਦੇ ਕੇ ਗਏ ਨੇ ਜੀ। ਤੁਸੀਂ ਦੁਨੀਆ 'ਚ ਕਿਤੇ ਵੀ ਚਲੇ ਜਾਓ ਜੀ, ਆਪਦੇ ਰੂਟਸ ਨਾ ਭੁੱਲੋ ਜੀ, ਠੀਕ ਹੈ ਨਾ ਜੀ। ਐਟ ਦੀ ਐਂਡ ਤਾਂ ਮਤਲਬ ਲੈ ਕੇ ਇੱਥੇ ਕਿਸੇ ਨੇ ਕੁਛ ਨਹੀਂ ਜਾਣਾ ਜੀ, ਬਸ ਇਹੀ ਪਿਆਰ ਮੁਹੱਬਤ ਹੀ ਹੈ ਜਿਹੜੀ ਜੀ ਆਪਾਂ ਇੱਕ ਦੂਜੇ 'ਚ ਵੰਡ ਕੇ ਸਾਰਾ, ਤੇ ਯਾਦਾਂ ਹੀ ਰਹਿ ਜਾਂਦੀਆਂ ਨੇ ਜੀ, ਆਹੀ ਸਿਖਾ ਕੇ ਗਏ ਨੇ ਜੀ। ਭਾਜੀ 2005 ਤੋਂ ਤੁਹਾਡੇ ਪਰਿਵਾਰ ਜੁੜੇ ਔਰ ਉਸ ਦਿਨ ਤੋਂ ਲਾ ਕੇ ਅੱਜ ਤੱਕ ਬੌਂਡ ਜਿਹੜੇ ਹੈਗੇ ਆ ਉਹ ਹੋਰ ਸ਼ਾਰਪ ਹੁੰਦੇ ਗਏ, ਔਰ ਇੰਨੇ ਕੁ ਬੌਂਡ ਸ਼ਾਰਪ ਹੋ ਗਏ ਕਿ ਤੁਹਾਡੇ ਜਿਹੜਾ ਐਟੀਟਿਊਡ ਉਹਨਾਂ ਦੇ ਪ੍ਰਤੀ ਸਰਦਾਰ ਕਮਿੱਕਰ ਸਿੰਘ ਦੇ ਉਹ ਇੱਕ ਫਾਦਰ ਵਾਲਾ ਐਟੀਟਿਊਡ ਸੀਗਾ, ਔਰ ਜਿੱਦਾਂ ਸਿਸਟਰਸ ਕਹਿ ਰਹੀਆਂ ਨੇ, ਉਹਨਾਂ ਦੀਆਂ ਬੇਟੀਆਂ ਕਹਿ ਰਹੀਆਂ ਨੇ ਕਿ ਇਹਨਾਂ ਨੇ ਵੀ ਬਹੁਤ ਜ਼ਿਆਦਾ ਸੇਵਾ ਕੀਤੀ। ਕੀ ਕਹਿਣਾ ਚਾਹੋਗੇ ਕਿ ਆਪਣੇ ਲਈ ਤਾਂ ਹਰੇਕ ਹੀ ਕਰਦਾ, ਲੇਕਿਨ ਜਦੋਂ ਆਪਣੇ ਬਣਾ ਕੇ ਲੋਕਾਂ ਦੇ ਨਾਲ ਅਟੈਚਮੈਂਟ ਕਰਕੇ, ਜਿੱਦਾਂ ਤੁਹਾਡੇ ਹਸਬੈਂਡ ਨੇ ਇੰਨੀ ਜ਼ਿਆਦਾ ਇਸ ਹਸਪੀਟਲ ਨੂੰ ਸੰਭਾਲ ਕੇ ਉੱਪਰ ਲੈ ਕੇ ਗਏ ਦੁਨੀਆ ਤੇ, ਕੀ ਕਹਿਣਾ ਚਾਹੋਗੇ ਭੈਣ ਜੀ? ਇਹ ਤਾਂ ਸੋਚ ਹੁੰਦੀ ਹੈ ਜੀ ਆਪਣੀ ਮਨ ਦੇ ਖੂਨ ਤੋਂ ਰਿਸ਼ਤੇ ਵੀ ਬਹੁਤ ਉੱਪਰ ਹੁੰਦੇ ਨੇ। ਅਸੀਂ ਹਮੇਸ਼ਾ ਹੀ ਉਹਨਾਂ ਨੂੰ ਫਾਦਰ ਦੇ ਉਹਦੇ ਨਜ਼ਰ ਤੇ ਹੀ ਦੇਖਿਆ ਉਹਨਾਂ ਨੂੰ, ਔਰ ਉਹ ਵੀ ਹਮੇਸ਼ਾ ਸਾਨੂੰ ਪਿਓ ਨਾਲ ਤਾਂ ਹੀ ਪਿਆਰ ਦਿੰਦੇ ਸੀਗੇ। ਜਸਵੰਤ ਨੂੰ ਤਾਂ ਹਮੇਸ਼ਾ ਹੀ ਆਪਣਾ ਬੇਟਾ ਹੀ ਸਮਝਦੇ ਸੀ। ਹਾਂਜੀ, ਅਸੀਂ ਕਦੇ ਹਸਪੀਟਲ ਨੂੰ ਇਹ ਸਮਝਿਆ ਹੀ ਨਹੀਂ ਵੀ ਅਸੀਂ ਡਿਊਟੀ ਕਰਦੇ ਹਾਂ ਇੱਥੇ, ਹਮੇਸ਼ਾ ਹੀ ਅਸੀਂ ਆਪਣਾ ਘਰ ਹੀ ਸਮਝਿਆ ਇਹਨੂੰ। ਦੇਖੋ ਜੀ, ਉਹਨਾਂ ਦੀ ਸ਼ਖਸੀਅਤ ਐਜੀ ਸੀ ਜੀ, ਜਿੰਨਾ ਉਹ ਪਿਆਰ ਦਿੰਦੇ ਸੀ ਉਨਾ ਹੀ ਲੈਂਦੇ ਸੀ। ਹਾਂਜੀ, ਔਰ ਹਮੇਸ਼ਾ ਹੀ ਸਾਨੂੰ ਹਰ ਇੱਕ ਚੀਜ਼ ਨੂੰ ਐਨਕਰੇਜ ਕਰਦੇ ਸੀ ਵੀ ਨਹੀਂ ਤੁਸੀਂ ਆਹ ਕੰਮ ਕਰੋ ਬੇਟਾ, ਆਹ ਤੁਸੀਂ ਕਰ ਸਕਦੇ ਹੋ, ਆਹ ਕਰੋ ਤੁਸੀਂ ਕੰਮ, ਕਿਉਂ ਨਹੀਂ ਕਰ ਸਕਦੇ। ਪੋਰਟੇਬਿਲਿਟੀ ਸੀਗੇ। ਹਾਂਜੀ, ਹਮੇਸ਼ਾ ਸਾਰਿਆਂ ਨੂੰ ਹੀ, ਬਹੁਤ ਬੱਚਿਆਂ ਨੂੰ ਵੀ, ਸਾਡਿਆਂ ਨੂੰ ਹਮੇਸ਼ਾ ਦਾਦਿਆਂ ਵਾਲਾ ਹੀ ਪਿਆਰ ਦਿੱਤਾ ਉਹਨਾਂ ਨੇ। ਕਦੇ ਹੋਇਆ ਹੀ ਨਹੀਂ ਹੈਗਾ ਵੀ ਉਹਨਾਂ ਨੂੰ ਸਾਨੂੰ ਨਹੀਂ ਇੰਨਾ ਇਵਨ ਉਹਨਾਂ ਦੀ ਸਕਾਲਰਸ਼ਿਪਸ ਚੱਲ ਰਹੀਆਂ ਸੀ। ਹਾਂਜੀ, ਮੈਂ ਕਿਹਾ ਪੜ੍ਹਾਈ ਤੇ ਬਹੁਤ ਫੋਕਸ ਕਰਦੇ ਸੀ ਜੀ, ਮਤਲਬ ਬੱਚਿਆਂ ਦੇ ਸਕਾਲਰਸ਼ਿਪਸ ਵਗੈਰਾ, ਜਿਹੜਾ ਲਾਇਕ ਸੀ ਬੱਚਾ ਜੀ ਉਹਨੂੰ ਬੜਾ ਉਤਸ਼ਾਹਿਤ ਕਰ। ਭੈਣ ਜੀ, ਉਹ ਸ਼ਖਸੀਅਤ ਜਿਹੜੀ ਤੁਹਾਡੇ ਫਾਦਰ ਸੀਗੇ, ਲੇਕਿਨ ਅੱਜ ਇਲਾਕੇ ਨੂੰ, ਉਸ ਡਿਵੀਜ਼ਨ ਨੂੰ, ਕਲਕੱਤੇ ਨੂੰ, ਪਟਨਾ ਸਾਹਿਬ ਨੂੰ, ਔਰ ਹਰ ਪਾਸੇ ਲੋਕਾਂ ਦੀਆਂ ਅੱਖਾਂ ਨਮ ਨੇ ਕਿ ਕੈਸਾ ਇਨਸਾਨ ਜਿਹਨੇ ਜ਼ਿੰਦਗੀ ਦੇ ਵਿੱਚ ਲੋਕਾਂ ਲਈ ਜਿਉਣਾ, ਲੋਕਾਂ ਦੇ ਲਈ ਉਹਨਾਂ ਨੇ ਸੇਵਾ ਕੀਤੀ, ਔਰ ਤੁਹਾਨੂੰ ਬੱਚੀਆਂ ਨਹੀਂ ਸਮਝ ਕੇ ਬਲਕਿ ਬੇਟਿਆਂ ਦਾ ਰੂਪ ਧਾਰਨ ਕਰਾ ਕੇ 4 ਬੱਚਿਆਂ ਨੂੰ ਉਹਨਾਂ ਨੇ ਉਚਾਈ ਤੇ ਲੈ ਕੇ ਗਏ। 3 ਬੱਚੀਆਂ ਬਾਹਰ ਨੇ, ਔਰ ਤੁਸੀਂ ਵੀ ਐਜ਼ ਏ ਡਾਕਟਰ, ਐਜ਼ ਏ ਅਕੂਪੰਚਰ ਐਂਡ ਆਪਣੀਆਂ ਸਰਵਿਸਿਜ਼ ਦੇ ਨਾਲ ਲੋਕਾਂ ਦਾ ਦਿਲ ਜਿੱਤਿਆ ਹੋਇਆ ਹੈ ਲੁਧਿਆਣੇ 'ਚ ਬੈਠ ਕੇ। ਕੀ ਕਹਿਣਾ ਚਾਹੋਗੇ? ਉਹ ਸ਼ਖਸੀਅਤ ਸਨ ਮੇਰੇ ਪਿਤਾ ਜੀ, ਜੋ ਮੈਨੂੰ ਨਹੀਂ ਪਤਾ ਹੋਰ ਹੋਣਗੇ, ਪਰ ਮੈਨੂੰ ਨਹੀਂ ਲੱਗਦਾ ਉਹਨਾਂ ਵਰਗੀ ਹੋਰ ਕੋਈ ਰੂਹ ਹੋਏਗੀ। ਕੀ ਐਕਸਪਲੇਨ ਕਰਾਂ ਉਹਨਾਂ ਨੇ, ਮਤਲਬ ਜਦੋਂ ਹੁਣ ਸਾਰਿਆਂ ਤੋਂ ਸੁਣਦੇ ਉਹਨਾਂ ਬਾਰੇ ਉਦੋਂ ਲੱਗਦਾ ਕਿ ਅੱਛਾ ਆਹ ਵੀ ਕੰਮ ਕੀਤੇ ਆ, ਆਹ ਵੀ ਕੰਮ ਕੀਤੇ ਆ।
ਇੱਕ ਮੈਂ ਸਟੋਰੀ ਸੁਣਾਉਣਾ ਚਾਹੂੰਗੀ। ਆਈ ਡੋਂਟ ਨੋ ਸਾਰੇ ਕਿਵੇਂ ਮੰਨਣ, ਲੇਕਿਨ ਇੱਕ ਫੈਕਟ ਆ, ਮੈਂ ਉਹਨਾਂ ਦੀ ਡਾਟਰ ਨਹੀਂ ਹੈਗੀ, ਮੈਂ ਉਹਨਾਂ ਦੇ ਛੋਟੇ ਬ੍ਰਦਰ ਦੀ ਡਾਟਰ ਆ। ਤੇ ਅੱਜ ਤੱਕ ਕਦੇ ਉਹਨਾਂ ਨੇ ਕਿਸੇ ਨੂੰ ਜ਼ਾਹਿਰ ਨਹੀਂ ਹੋਣ ਦਿੱਤਾ, ਮੈਨੂੰ ਵੀ ਜ਼ਾਹਿਰ ਨਹੀਂ ਹੋਣ ਦਿੱਤਾ, ਤੇ ਮੇਰਾ ਆਪਦੀ ਸਾਰੀ ਬੇਟੀਆਂ ਨਾਲ ਸਭ ਤੋਂ ਵੱਧ ਪਿਆਰ ਕੀਤਾ। ਐਂਡ ਮੋਮੈਂਟ ਤੱਕ ਡੈਡੀ ਨੂੰ ਇੱਕ ਹੀ ਚੀਜ਼ ਸੀ, ਕੁਝ ਚਾਹੀਦਾ ਤਾਂ ਨਹੀਂ। ਉਹਨਾਂ ਕੋਲ 3 ਕੁੜੀਆਂ ਸੀ, 1 ਬੇਟਾ ਸੀ। ਸਟਿਲ ਉਹਨਾਂ ਨੇ ਮੈਨੂੰ ਅਡਾਪਟ ਕੀਤਾ ਕਿਉਂਕਿ ਕੁਝ ਕਾਰਨ ਹੋ ਗਏ ਸੀ, ਮੈਨੂੰ ਅਨਾਥ ਹੋਣ ਨਹੀਂ ਦਿੱਤਾ ਤੇ ਮੈਨੂੰ ਉਹਨਾਂ ਨੇ ਅਡਾਪਟ ਕੀਤਾ। ਤੇ ਉਸ ਚੀਜ਼ ਨੂੰ ਉਹਨਾਂ ਨੇ ਪੂਰਾ ਉਹ ਤੋਂ ਵੱਧ ਹੀ ਨਿਭਾਇਆ। ਉਹਨਾਂ ਮੇਰੀ ਸਿਸਟਰਸ ਨੂੰ, ਬ੍ਰਦਰ ਨੂੰ, ਸਭ ਨੂੰ ਕਹਿ ਕੇ ਗਏ ਆ, ਉਹ ਛੋਟੀ ਹੈ ਪਰ ਉਹਦਾ ਧਿਆਨ ਜ਼ਿਆਦਾ ਰੱਖਿਓ। ਸ਼ਾਇਦ ਉਹਨਾਂ ਨੂੰ ਹੁੰਦਾ ਸੀ ਕਿ ਤੈਨੂੰ ਮਹਿਸੂਸ ਨਾ ਹੋ ਜਾਵੇ ਕੋਈ ਵੀ ਗੱਲ। ਦਰਸ਼ਕੋ, ਅੱਜ ਆਪਾਂ ਬਣੇ ਹੋਏ ਆ ਛੋਟੀ ਉਹਨਾਂ ਦੀ ਸਰਦਾਰ ਕਮਿਕਰ ਸਿੰਘ ਜੀ ਦੀ ਛੋਟੀ ਬੇਟੀ ਦੇ ਨਾਲ, ਜਿਹੜੀ ਆਪਣੀ ਪ੍ਰੈਕਟਿਸ ਹੈ ਜੀ ਐਕੂਪੰਕਚਰ ਦੇ ਸੇਵਾਵਾਂ ਦੇ ਰਹੇ ਹੈਗੇ ਨੇ ਲੁਧਿਆਣੇ ਵਿਖੇ। ਔਰ ਹੁਣ ਅਸੀਂ ਗੱਲ ਕਰਾਂਗੇ ਉਹਨਾਂ ਦੀ ਗਾਂ ਫਰੈਂਡ ਦੇ ਨਾਲ, ਜਿਹੜੇ ਉਹਨਾਂ ਦੇ ਨਾਲ ਘਿਓ ਖਿਚੜੀ ਦਾ ਰਿਸ਼ਤਾ। ਭੈਣ ਜੀ, ਕੀ ਕਹਿਣਾ ਚਾਹੋਗੇ ਕਿ ਪਾਪਾ ਨੇ ਇਹਨਾਂ ਨੂੰ ਤਾਂ ਪਿਆਰ ਕੀਤਾ, ਤੁਸੀਂ ਇਹਨਾਂ ਦੀ ਫਰੈਂਡ ਸੀਗੀ, ਤੁਹਾਨੂੰ ਵੀ ਉਹਨੇ ਪਿਆਰ ਕੀਤਾ? ਬਿਲਕੁਲ ਜੀ, ਮੈਂ ਅਕਸਰ ਇੱਥੇ ਆਉਂਦੀ ਰਹਿੰਦੀ ਹੈ ਤੇ ਜਦੋਂ ਵੀ ਅੰਕਲ ਆਉਂਦੇ ਸੀਗੇ ਮੈਂ ਉਹਨਾਂ ਨਾਲ ਜਦੋਂ ਵੀ ਮਿਲੀ ਹਾਂ, ਉਹਨਾਂ ਨੇ ਬਹੁਤ ਅੱਛੀ ਤਰੀਕੇ, ਮਤਲਬ ਬਹੁਤ ਹੀ ਪਿਆਰੀ ਸ਼ਖਸੀਅਤ ਸੀਗੇ। ਉਹਨਾਂ ਨੇ ਮਤਲਬ ਹਮੇਸ਼ਾ ਹੀ ਬੜੇ ਪਿਆਰ ਨਾਲ ਗੱਲ ਕਰਨੀ ਹੈ, ਬਹੁਤ ਅੱਛੇ ਸੁਝਾਅ ਦੇਣੇ। ਇੱਕ ਵਾਰੀ ਮੈਂ ਉਹਨਾਂ ਨਾਲ ਗਈ ਕਿਤੇ ਕਾਰ 'ਚ, ਬੱਚੇ ਸੀਗੇ ਬਸ, ਅਮਨ ਨਹੀਂ ਸੀ, ਤੇ ਮੈਂ ਬਹੁਤ ਹੈਰਾਨ ਹੋਈ। ਉਹਨਾਂ ਨੇ ਪਿੱਛੇ ਨਾ ਬਹੁਤ ਸਾਰੇ ਆਪਣੀ ਡਿੱਕੀ 'ਚ ਪਲਾਂਟਸ ਰੱਖੇ ਹੋਏ ਸੀਗੇ ਤੇ ਮੈਨੂੰ ਇਹ ਪਤਾ ਲੱਗਿਆ ਕਿ ਉਹ ਪਲਾਂਟਸ ਨਾ ਡਿਸਟ੍ਰੀਬਿਊਟ ਕਰਦੇ ਜਾਣਗੇ ਸੋ ਦੈਟ ਕਿ ਆਪਣਾ এনवायरमेंट ਜਿਹੜਾ ਉਹ ਫਲੇ ਫੁੱਲੇ, ਉਹਦੇ 'ਚ ਪੋਲਿਊਸ਼ਨ ਘਟੇ। ਮਤਲਬ ਸਿਰਫ ਮੈਨੂੰ ਤਾਂ ਦੇਖੋ ਹੋਰ ਇੰਨਾ ਜ਼ਿਆਦਾ ਉਹਨਾਂ ਦੇ ਕੰਮਾਂ ਬਾਰੇ ਨਹੀਂ ਪਤਾ, ਪਰ ਜੋ ਮੈਂ ਆਪਣੇ ਅੱਖ ਦੇਖਿਆ ਮੈਂ ਉਦੋਂ ਬਹੁਤ ਇੰਪ੍ਰੈਸ ਹੋਈ ਅੰਕਲ ਤੋਂ ਕਿ ਅੰਕਲ ਇੰਨਾ ਜ਼ਿਆਦਾ ਸੋਚਦੇ ਆ। ਔਰ ਇਸ 'ਚ ਵੀ ਅੰਕਲ ਗੱਡੀ ਚਲਾ ਕੇ, ਮੈਂ ਕਈ ਵਾਰ ਅਮਨ ਨੂੰ ਕਹਿੰਦੀ ਸੀ, ਅਮਨ ਅੰਕਲ ਤੜਕੇ ਹੀ ਆ ਗਏ ਜਾਂ ਅੰਕਲ ਰਾਤ ਨੂੰ ਜਾ ਰਹੇ ਹੈ, ਖੁਦ ਕਾਰ ਡਰਾइव करके, कोई ड्राइवर नहीं, कुछ नहीं, इन्नी हाई स्पिरिट इस एज 'ਚ। और वाकई सैल्यूट है ਉਹਨਾਂ ਨੂੰ। ਬੇਟਾ, ਕੀ ਕਹਿਣਾ ਚਾਹੋਗੇ ਕਿ ਕੈਸਾ ਨਾਨਾ ਜਿਹਦੇ ਵਿੱਚ એનર્ਜੀ, ਜਿਹਦੇ ਵਿੱਚ ਪੋਜ਼ਿਟਿਵਿਟੀ, ਔਰ ਜਿਹੜਾ ਤੁਹਾਨੂੰ ਹਮੇਸ਼ਾ ਗਾਈਡ ਕਰਦਾ ਸੀਗਾ ਕਿ ਤੁਸੀਂ ਅਬਲਾ ਨਹੀਂ ਹੋ, ਤੁਸੀਂ ਫੇਸ ਕਰਨਾ ਸਮਾਜ ਨੂੰ। ਮੈਂ ਆਪਣੀਆਂ ਬੇਟੀਆਂ ਨੂੰ ਫੇਸ ਕਰਨਾ ਸਿਖਾਇਆ ਔਰ ਉਹੀ ਚੀਜ਼ ਉਹਨਾਂ ਨੇ ਆਪਣੀਆਂ ਗਾਂ ਦੋਤੀਆਂ 'ਚ ਭਰੀ ਹੈਗੀ ਆ, ਦੋਤਿਆਂ 'ਚ ਭਰੀ ਹੈਗੀ ਆ। ਕੀ ਕਹਿਣਾ ਚਾਹੋਗੇ? ਨਾਨਾ ਜੀ ਸਾਨੂੰ ਬਹੁਤ ਪਿਆਰ ਕਰਦੇ ਸੀ, ਜਦੋਂ ਵੀ ਆਉਂਦੇ ਸੀ ਉਹ ਸਾਡੇ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦੇ ਸੀ। ਨਾਨਾ ਜੀ ਅਕਸਰ ਸ਼ਾਮ ਨੂੰ ਆਉਂਦੇ ਸੀ ਤੇ ਰਾਤ ਨੂੰ ਰਹਿ ਕੇ ਇੱਥੇ ਫਿਰ ਸਵੇਰੇ ਕਿਤੇ ਹੋਰ ਕਿਸੇ ਕੰਮ ਨੂੰ ਚਲੇ ਜਾਂਦੇ ਸੀ, ਪਰ ਜਦੋਂ ਵੀ ਸਾਡੇ ਨਾਲ ਰਹਿੰਦੇ ਸੀ ਸਾਨੂੰ ਬਹੁਤ ਪਿਆਰ ਕਰਦੇ ਸੀ। ਬੇਟਾ, ਕਿੱਦਾਂ ਦੀ ਫੀਲਿੰਗ ਸੀ ਨਾਨਾ ਜੀ ਦੀ, ਕੀ ਕਹਿਣਾ ਚਾਹੋਗੇ? ਨਾਨਾ ਜੀ ਮੇਰੇ ਲਈ ਇੱਕ ਇੰਸਪੀਰੇਸ਼ਨ ਨੇ। ਐਕਚੁਅਲੀ ਉਹਨਾਂ ਨੇ ਜਿਹੜੇ ਕੰਮ ਕੀਤਾ, ਮੈਨੂੰ ਉਹ ਸਭ ਬਹੁਤ ਕੰਮ ਕੀਤਾ। ਮੈਨੂੰ ਤਾਂ ਕੁਝ ਵੀ ਨਹੀਂ ਪਤਾ ਉਹਨਾਂ ਬਾਰੇ ਹਜੇ ਤਾਂ, ਬਟ ਜੋ ਵੀ ਮੈਨੂੰ ਪਤਾ ਉਹ ਤੋਂ ਇੰਨਾ ਪਤਾ ਲੱਗਦਾ ਕਿ ਉਹ ਬਹੁਤ ਅੱਛੇ ਇਨਸਾਨ ਸੀ ਤੇ ਮੈਂ ਵੀ ਉਹਨਾਂ ਤਰ੍ਹਾਂ ਬਣਨਾ ਚਾਹੁੰਦੀ ਹਾਂ ਤੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹਾਂ। ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਮੇਰੇ ਫਾਦਰ ਤੋਂ ਜੋ ਸ਼ਖਸੀਅਤ ਸੀ ਸਾਨੂੰ ਪਤਾ ਸੀ, ਲੇਕਿਨ ਕਦੇ ਉਹਨਾਂ ਦੇ ਮੂੰਹ ਤੋਂ ਅਸੀਂ ਕੁਝ ਨਹੀਂ ਸੁਣਿਆ, ਕਦੇ ਉਹਨਾਂ ਦੇ ਮੂੰਹ 'ਚੋਂ ਇਹ ਨਹੀਂ ਸੁਣਿਆ ਮੈਂ ਜ਼ਿੰਦਗੀ 'ਚ ਇਹ ਕੀਤਾ ਜਾਂ ਇਹ ਕੀਤਾ। ਜਦੋਂ ਵੀ ਸਾਡੇ ਕੋਲ ਆਉਂਦੇ ਸੀ ਬਸ ਇੱਕ ਹੀ ਚੀਜ਼ ਸੀ ਕਿ ਠੀਕ ਆ, ਕੰਮ ਕਰ ਰਹੇ ਹੋ, ਠੀਕ ਠਾਕ ਕੰਮ ਕਰੋ, ਵਧੀਆ ਕੰਮ ਕਰੋ, ਕਿੰਨਾ ਚੱਲਦਾ ਕਲੀਨਿਕ, ਕੋਈ ਚੀਜ਼ ਦੀ ਜ਼ਰੂਰਤ ਤਾਂ ਨਹੀਂ ਹੈਗੀ, ਕਦੇ ਕਿਸੇ ਤੋਂ ਡਰੀਦਾ ਨਹੀਂ। ਇਹ ਡੈਡੀ ਦੀ ਹਮੇਸ਼ਾ ਵਰਡਸ ਰਹੀ ਹੈ, ਕਦੇ ਕਿਸੇ ਤੋਂ ਡਰੀਦਾ ਨਹੀਂ, ਹਮੇਸ਼ਾ ਕੌਨਫੀਡੈਂਟਲੀ ਕੰਮ ਕਰੋ। ਮਤਲਬ ਇੰਨੀ ਮਹਾਨ ਸ਼ਖਸੀਅਤ ਤੇ ਇੰਨਾ ਸਿੰਪਲ ਤੇ ਸਾਦਾ ਜੀਵਨ, ਇੰਨਾ ਸਿੰਪਲ ਤੇ ਸਾਦਾ ਜੀਵਨ ਕੋਈ ਦੇਖ ਕੇ ਕਹਿ ਨਹੀਂ ਸਕਦਾ ਸੀਗਾ। ਕਦੇ ਕੋਈ ਬਲ ਛਲ ਨਹੀਂ, ਜੋ ਮਰਜ਼ੀ ਹੋਵੇ ਹਰ ਇੱਕ ਚੀਜ਼ ਐਡਜਸਟ ਕਰ ਲੈਂਦੇ ਸੀ। ਕਦੇ ਵੀ ਕਿਸੇ ਕੰਮ 'ਚ ਹਮੇਸ਼ਾ ਸਾਡੇ ਭੈਣ ਭਰਾ ਨੂੰ ਇੱਕ ਹੀ ਨਸੀਹਤ ਹੁੰਦੀ ਸੀ, ਕਦੇ ਵੀ ਕੁਝ ਗਲਤ ਨਹੀਂ ਕਰਨਾ, ਹਮੇਸ਼ਾ ਸੱਚ ਨਾਲ ਖੜੇ ਹੋਣਾ।